सत श्री अकाल जी। आप सब जी का स्वागत है तुहाडे अपने यूट्यूब चैनल पॉजिटिव वाइब पंजाब ਦੇ ਉੱਤੇ। ਅੱਜ ਆਪਾਂ ਕਰਾਂਗੇ ਜੀ ਜਿਹੜਾ ਆਪਾਂ ਜੀਓਗ੍ਰਾਫੀ ਦਾ ਪਾਰਟ ਕਰ ਰਹੇ ਹਾਂ ਉਹਦੇ ਵਿੱਚ ਪਿਛਲੇ ਲੈਕਚਰ 'ਚ ਆਪਾਂ ਦੇਖਿਆ ਸੀਗਾ ਫੋਰੈਸਟ ਏਰੀਆ ਆਫ ਪੰਜਾਬ। ਪੰਜਾਬ ਦੇ ਵਿੱਚ ਕਿੰਨਾ ਜਿਹੜਾ ਏਰੀਆ ਹੈਗਾ ਜੰਗਲਾਂ ਨੂੰ ਕਵਰ ਕਰਦਾ ਜਾਂ ਕਿਹੜਾ ਸ਼ਹਿਰ ਹੈਗਾ ਜਿਹਦੇ ਵਿੱਚ ਸਭ ਤੋਂ ਵੱਧ ਜੰਗਲ ਨੇ। ਅੱਜ ਉਹਦਾ ਨੈਕਸਟ ਪਾਰਟ ਆਪਾਂ ਕਰਾਂਗੇ ਪ੍ਰੋਟੈਕਟਿਡ ਏਰੀਆ ਆਫ ਪੰਜਾਬ। ਪਹਿਲਾਂ ਤਾਂ ਆਪਾਂ ਇਹ ਸਮਝਾਂਗੇ ਵੀ ਪ੍ਰੋਟੈਕਟਿਡ ਏਰੀਆ ਹੁੰਦੇ ਕੀ ਹੈ ਤੇ ਉਹਦੇ ਵਿੱਚ ਕਿਹੜੀ ਕੈਟਾਗਰੀ ਵਾਲੇ ਜਿਹੜੇ ਏਰੀਏ ਹੈਗੇ ਆ ਉਹ ਪ੍ਰੋਟੈਕਟਿਡ ਦੇ ਅੰਡਰ ਆਉਂਦੇ ਆ ਤੇ ਕਿਹੜੇ ਰਾਮਸਰ ਸਾਈਟਾਂ ਦੇ ਅੰਡਰ ਆਉਂਦੇ ਆ ਤੇ ਕਿਹੜੇ ਨੈਸ਼ਨਲ ਤੇ ਆਪਣੇ ਗਵਰਨਮੈਂਟ ਵੱਲੋਂ ਡਿਕਲੇਅਰ ਕੀਤੇ ਗਏ ਪ੍ਰੋਟੈਕਟਿਡ ਏਰੀਆਜ਼ ਹੈ। ਇੱਕ ਮੈਂ ਛੋਟੀ ਜੀ ਹੋਰ ਬੇਨਤੀ ਕਰਦਾ, ਉਮੀਦ ਕਰਦਾ ਤੁਸੀਂ ਸਾਰੇ ਸਹਿਮਤ ਹੋਵੋਗੇ। ਪਿਛਲੇ ਕੁਝ ਦਿਨਾਂ ਤੋਂ ਮੈਂ ਕਾਫੀ ਬਿਜੀ ਚੱਲ ਰਿਹਾ ਰਾਜੇ, ਇੱਕ ਸ਼ਿਫਟਿੰਗ ਹੈ ਥੋੜੀ ਜੀ, ਮੈਂ ਹਾਊਸ ਸ਼ਿਫਟ ਕਰ ਰਿਹਾ। ਉਹਦੇ ਕਰਕੇ ਮੈਂ ਬੇਨਤੀ ਕਰਦਾ ਵੀ ਤੁਸੀਂ 4-5 ਦਿਨ ਹੋਰ, ਜਿੱਥੇ ਤੁਸੀਂ ਇੰਨਾ ਤੁਸੀਂ ਮੇਰੇ ਨਾਲ ਸੈਕਰੀਫਾਈ ਕੀਤਾ, 4-5 ਦਿਨ ਹੋਰ ਸੈਕਰੀਫਾਈ ਕਰ ਲਓ। ਉਸ ਤੋਂ ਬਾਅਦ ਕੰਟੀਨਿਊਟੀ ਦੇ ਵਿੱਚ ਆਪਾਂ ਇਹ ਸਾਰੇ ਲੈਕਚਰ ਕਵਰ ਕਰ ਦਾਂਗੇ, ਠੀਕ ਹੈ ਜੀ। ਆਪਣੇ ਕੋਰਸਿਸ ਦੇ ਵਿੱਚ 4-5 ਦਿਨ ਦੀ ਗੱਲ ਹੋਰ ਹੈ। 15 ਤੋਂ ਬਾਅਦ ਰੈਗੂਲਰ ਆਪਾਂ ਟੈਸਟ ਦੀ ਵੀਡੀਓ ਵੀ ਰੈਗੂਲਰ ਅਪਲੋਡ ਹੋਊਗੀ ਤੇ ਜਿਹੜੇ ਆਪਣੇ ਰਹਿੰਦੇ ਲੈਕਚਰ ਹੈਗੇ ਆ ਪੰਜਾਬ ਜੀਕੇ ਦਾ ਜੋ ਵੀ ਟੌਪਿਕ ਆਪਣਾ ਰਹਿ ਗਿਆ, ਚਾਹੇ ਉਹ ਮੇਲੇ ਹੋਣ, ਚਾਹੇ ਉਹ ਘਰਾਣੇ ਹੋਣ, ਚਾਹੇ ਉਹ ਪੁਰਾਣੇ ਸਾਜ਼ ਜਾਂ ਪੁਰਾਣੇ ਲੋਕ ਗਾਇਕ ਹੋਣ, ਆਪਾਂ ਸਾਰਾ ਕੁਝ ਕਵਰ ਕਰਾਂਗੇ, ਚਿੰਤਾ ਨਹੀਂ ਕਰਨੀ ਗੀ, ਠੀਕ ਹੈ ਜੀ। ਬਾਕੀ ਕੰਪਿਊਟਰ ਤੇ ਜਿਹੜਾ ਆਪਣਾ ਦੂਜਾ ਇਹਦੇ ਨਾਲ ਲੱਗਦਾ ਪੰਜਾਬੀ ਦਾ ਕੋਰਸ ਹੈਗਾ ਉਹ 101% ਕੰਪਲੀਟ ਹੈ। ਉਹਦੀ ਟੈਸਟ ਆਪਾਂ ਨਾਲ ਚੱਲ ਰਹੇ ਆ। ਹੁਣ ਚਲੋ ਜੀ ਆਪਾਂ ਲੈਕਚਰ ਤੇ ਆਉਣੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਪ੍ਰੋਟੈਕਟਿਡ ਏਰੀਆਜ਼ ਕੀ ਹੁੰਦੇ ਆ, ਜਾਂ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਦੇ ਆ ਸੁਰੱਖਿਅਤ ਖੇਤਰ। ਸਭ ਤੋਂ ਪਹਿਲਾਂ ਇੱਕ ਗੱਲ ਪੰਜਾਬੀ ਦੀ ਪੱਲੇ ਬੰਨ ਲਿਓ, ਇਸ ਧਰਤੀ ਦੇ ਉੱਪਰ ਸਭ ਤੋਂ ਵੱਡਾ ਜਾਨਵਰ ਕੌਣ ਹੈ? ਸਭ ਤੋਂ ਵੱਡਾ ਜਾਨਵਰ ਹੈਗਾ ਇਨਸਾਨ। ਇਨਸਾਨ ਇੱਕ ਅਜਿਹੀ ਪ੍ਰਜਾਤੀ ਹੈ ਜਿਹਦੇ ਤੋਂ ਬਾਕੀ ਸਾਰੀ ਪ੍ਰਜਾਤੀਆਂ ਨੂੰ ਖਤਰਾ ਹੈ। ਹੁਣ ਏਰੀਆ ਨੂੰ ਪ੍ਰੋਟੈਕਟ ਕਰਨ ਦੀ ਜ਼ਰੂਰਤ ਕਿਉਂ ਪਈ? ਤੁਸੀਂ ਆਮ ਦੇਖਦੇ ਹੋਵੋਗੇ ਵੀ ਕਿੰਨੇ ਦਰਖਤ ਡੇਲੀ ਕੱਟੇ ਜਾਂਦੇ ਆ। ਤੁਸੀਂ ਕਿਸੇ ਸ਼ਹਿਰ ਦੀ ਕਿਸੇ ਵੀ ਲੱਕੜ ਮੰਡੀ ਚਲੇ ਜਾਓ, ਤੁਸੀਂ ਦੇਖੋਗੇ ਵੀ ਕਿੰਨੇ ਦਰਖਤ ਰੋਜ਼ ਆਪਾਂ ਕੱਟ ਕੇ ਵੇਚੀ ਜਾ ਰਹੇ ਆ ਆਪਣੇ ਲੋਕ ਹਿੱਤ ਦੀ ਖਾਤਰ, ਜਾਂ ਫਿਰ ਕਿੰਨੇ ਜਿਹੜੇ ਐਨੀਮਲਸ ਹੈਗੇ ਆ ਉਹਨਾਂ ਦਾ, ਠੀਕ ਹੈ ਜੀ, ਸ਼ਿਕਾਰ ਕੀਤਾ ਜਾਂਦਾ ਹੈ, ਉਹਨਾਂ ਦਾ ਵਪਾਰ ਕੀਤਾ ਜਾਂਦਾ ਹੈ। ਤਾਂ ਇਸ ਜਾਨੀ ਕਿ ਇਨਸਾਨ ਤੋਂ ਬਚਾਉਣ ਵਾਸਤੇ ਕਹਿ ਲਓ ਕੁਝ ਅਜਿਹੀਆਂ ਪ੍ਰਜਾਤੀਆਂ ਹੁੰਦੀਆਂ ਜਿਹੜੀਆਂ ਡੇ ਬਾਏ ਡੇ ਅਲੋਪ ਹੋ ਰਹੀਆਂ ਹੁੰਦੀਆਂ, ਜਾਂ ਫਿਰ ਕੁਝ ਅਜਿਹੇ, ਠੀਕ ਹੈ ਜੀ, ਆਪਣੇ ਦਰਖਤ ਹੋ ਗਏ ਜਾਂ ਜੰਗਲ ਹੋ ਗਏ ਜਿਨ੍ਹਾਂ ਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਰੂਰੀ ਹੈ। ਤਾਂ ਉਹ ਸਾਰੇ ਕਿਹਦੇ ਅੰਡਰ ਆ ਜਾਣਗੇ? ਪ੍ਰੋਟੈਕਟਿਡ ਏਰੀਆ ਦੇ ਅੰਡਰ ਆ ਜਾਣਗੇ। ਜਿੱਥੇ ਕੀ ਹੋਊਗਾ, ਜਿੱਥੇ ਉਹਨਾਂ ਦਾ ਜਿਹੜਾ ਸ਼ੋਸ਼ਣ ਹੁੰਦਾ ਹੈ ਉਹ ਬਹੁਤ ਘਟ ਜੂਗਾ ਜਾਂ ਨਾ ਮਾਤਰ ਹੀ ਰਹਿ ਜੂਗਾ। ਚਾਹੇ ਉਹ ਆਪਾਂ ਐਨੀਮਲ ਦੀ ਗੱਲ ਕਰ ਲਈਏ, ਚਾਹੇ ਆਪਾਂ ਉਹ ਬਨਸਪਤੀ ਦੀ ਗੱਲ ਕਰ ਲਈਏ, ਤਾਂ ਕਹਿਣ ਦਾ ਭਾਵ ਉਹ ਸਾਰੇ ਖੇਤਰ ਜਿਨ੍ਹਾਂ ਨੂੰ ਖਤਰਾ ਹੈ। ਹੁਣ ਜਿਵੇਂ ਮੰਨ ਲਓ ਅੱਜ ਦੀ ਦਿਨ ਅਗਰ ਆਪਾਂ ਗੱਲ ਕਰੀਏ ਵੀ ਜਿਵੇਂ ਬਹੁਤ ਸਾਰੇ ਆਪਾਂ ਨੂੰ ਟੌਪਿਕ ਮਿਲ ਜਾਂਦੇ ਆ ਸੋਸ਼ਲ ਮੀਡੀਆ ਤੇ ਵੀ ਪਾਣੀ ਦਿਨ ਬ ਦਿਨ ਘਟਦਾ ਜਾ ਰਿਹਾ, ਤਾਂ ਕੁਝ ਅਜਿਹਾ ਟਾਈਮ ਵੀ ਆਊਗਾ, ਚਲੋ ਹਜੇ ਲੋਕ ਨਹੀਂ ਉਹਦੀ ਅਹਿਮੀਅਤ ਸਮਝ ਰਹੇ, ਪਰ ਕਿਸੇ ਟਾਈਮ ਤੇ ਪਾਣੀ ਨੂੰ ਵੀ ਕੀ ਕਰਨਾ ਪਊਗਾ? ਪ੍ਰੋਟੈਕਟ ਕਰਨਾ ਪਊਗਾ। ਤਾਂ ਕਹਿਣ ਦਾ ਭਾਵ ਜਿਹੜੀ ਚੀਜ਼ ਹੌਲੀ ਹੌਲੀ ਖਤਮ ਹੋਣ ਦੇ ਕਗਾਰ ਤੇ ਜਾ ਰਹੀ ਹੈ ਉਹਨੂੰ ਆਪਾਂ ਕੀ ਕਰ ਦਿੰਦੇ ਆ? ਪ੍ਰੋਟੈਕਟ ਕਰ ਦਿੰਦੇ ਆ। ਸਮੇਂ ਸਿਰ ਉੱਤੇ ਪਾਲਿਸੀਆਂ ਬਣਾਉਣੇ ਆ। ਤਾਂ ਕੁਝ ਅਜਿਹੇ ਖੇਤਰ ਹੁੰਦੇ ਆ ਜਿਹਦੇ ਵਿੱਚ ਮਨੁੱਖਾਂ ਦੀ ਜਾਨ ਦੀ ਮਨਾਹੀ ਵੀ ਹੋਊਗੀ, ਪ੍ਰੋਹਿਬਿਸ਼ਨ ਵੀ ਹੋਊਗੀ, ਉੱਥੇ ਵਪਾਰ ਕਰਨ ਦੀ ਜਾਂ ਉਹਨਾਂ ਦਾ ਸ਼ਿਕਾਰ ਕਰਨ ਦੀ ਮਨਾਹੀ ਹੋਊਗੀ। ਉਹ ਸਾਰੇ ਜਿਹੜੇ ਏਰੀਏ ਹੋਣਗੇ ਰਾਜੇ ਉਹ ਪ੍ਰੋਟੈਕਟਿਡ ਏਰੀਆ ਦੇ ਅੰਡਰ ਆ ਜਾਂਦੇ ਆ। ਇਹਨੂੰ ਪੜ੍ਹ ਲਿਓ, ਇਹਦੀ ਡੈਫੀਨੇਸ਼ਨ ਹੈ, ਪੰਜਾਬੀ 'ਚ ਤੁਹਾਨੂੰ ਮੈਂ ਸਮਝਾਤਾ। ਹੁਣ ਇਹਦੇ ਵਿੱਚ ਇਹਨੂੰ ਕਨਜ਼ਰਵ ਕਿਉਂ ਕਰਦੇ, ਇਹਨੂੰ ਪ੍ਰੋਟੈਕਟ ਕਿਉਂ ਕਰਦੇ ਆ ਆਪਾਂ? ਤੁਹਾਨੂੰ ਮੈਂ ਦੱਸਦਾ ਪ੍ਰੋਟੈਕਟ ਤਾਂ ਕਰਦੇ ਆ ਵੀ ਜਿਹੜੇ ਇਹ ਅਨਮੋਲ ਖਜ਼ਾਨਾ ਆਪਾਂ ਨੂੰ ਪਰਮਾਤਮਾ ਨੇ ਬਖਸ਼ਿਆ, ਚਾਹੇ ਉਹ ਬਨਸਪਤੀ ਹੋਵੇ, ਠੀਕ ਹੈ, ਚਾਹੇ ਉਹ ਜਿਹੜੇ ਜੰਗਲੀ ਜੀਵ ਹੋਣ, ਇਹ ਸਾਰੇ ਜਾਨੀ ਕਿ ਇਸ ਜਾਨੀ ਕਿ ਨੇਚਰ ਨੂੰ ਕੀ ਕਰਦੇ ਆ? ਕੰਟਰੋਲ ਕਰਦੇ ਆ। ਇਸੇ ਕਰਕੇ ਇਹਨਾਂ ਨੂੰ ਕੀ ਕੀਤਾ ਜਾਊਗਾ? ਪ੍ਰੋਟੈਕਟ ਕੀਤਾ ਜਾਊਗਾ। ਹੁਣ ਪਹਿਲਾਂ ਤਾਂ ਆਪਾਂ ਇਹ ਦੇਖਦੇ ਹਾਂ ਵੀ ਕਿਹੜੇ ਏਰੀਆ ਜਿਹੜੇ ਹੈਗੇ ਆ ਉਹ ਪ੍ਰੋਟੈਕਟਿਡ ਦੇ ਅੰਡਰ ਆਉਂਦੇ ਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪਣੇ ਦੇਸ਼ ਦੇ ਵਿੱਚ, ਜਾਨੀ ਕਿ ਭਾਰਤ ਦੇ ਵਿੱਚ ਇੱਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਆਇਆ 1972। ਇਹਨੂੰ ਯਾਦ ਰੱਖ ਲਿਓ। ਕਿਹੜਾ ਐਕਟ ਆਇਆ ਰਾਜੇ? ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਆਇਆ ਹੋਇਆ। ਹੁਣ ਇਸ ਦੇ ਤਹਿਤ ਆਪਾਂ ਕਰਦੇ ਕੀ ਆ? ਇਸ ਦੇ ਜਿਵੇਂ ਹੁਣ ਮੈਂ ਪਿਛਲਾ ਤੁਹਾਨੂੰ ਐਕਟ ਪੜ੍ਹਾਇਆ ਸੀਗਾ, ਫੋਰੈਸਟ ਐਕਟ ਪੜ੍ਹਾਇਆ ਸੀਗਾ, ਠੀਕ ਹੈ। ਇੱਕ ਸੈਕਿੰਡ ਬਸ, ਇੱਕ ਇਹੀ ਵਾਸਤੇ ਮੈਂ ਰੁਕ ਰਿਹਾ। ਹਾਂਜੀ, ਮੈਂ ਆਵਾਜ਼ ਥੋੜੀ ਚੈੱਕ ਕਰਨ ਲੱਗ ਗਿਆ ਸੀ ਕਿਉਂਕਿ ਕਾਫੀ ਦਿਨਾਂ ਬਾਅਦ ਰਿਕਾਰਡਿੰਗ ਕਰ ਰਿਹਾ ਸੀ, ਮੈਨੂੰ ਐ ਸੀ ਆਵਾਜ਼ ਦੀ ਪ੍ਰੋਬਲਮ ਨਾ ਹੋਵੇ। ਹੁਣ ਦੇਖੋ ਰਾਜੇ, ਪ੍ਰੋਟੈਕਟਿਡ ਏਰੀਆ ਦੇ ਅੰਡਰ ਕੀ ਹੁੰਦਾ? ਆਪਾਂ ਪੰਜਾਬ ਦੇ ਪ੍ਰੋਟੈਕਟਿਡ ਏਰੀਆ ਪੜਨ ਜਾ ਰਹੇ ਹਾਂ। ਭਾਰਤ ਦੇ ਵਿੱਚ ਇੱਕ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ 1972, ਇਹਨੂੰ ਯਾਦ ਰੱਖ ਲਓ। ਜਿਵੇਂ ਆਪਾਂ ਪਿੱਛੇ ਫੋਰੈਸਟ ਐਕਟ 1927 ਪੜਿਆ ਸੀਗਾ,
ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਕੀ ਕਹਿੰਦਾ ਹੈ, ਇਹਨਾਂ ਨੇ ਇਸ ਐਕਟ ਦੇ ਤਹਿਤ ਆਪਾਂ ਜਿਹੜੇ ਪ੍ਰੋਟੈਕਟਡ ਖੇਤਰ ਹੁੰਦੇ ਆ ਉਹਨਾਂ ਦੀਆਂ 4 ਸ਼੍ਰੇਣੀਆਂ ਬਣਾਤੀਆਂ। ਠੀਕ ਹੈ, 4 ਸ਼੍ਰੇਣੀਆਂ ਕਿਹੜੀਆਂ ਬਣਾਈਆਂ? ਨੰਬਰ 1 ਤੇ ਅਗਰ ਆਪਾਂ ਗੱਲ ਕਰਾਂਗੇ ਨੈਸ਼ਨਲ ਪਾਰਕਸ, ਠੀਕ ਹੈ। ਦੂਜੇ ਨੰਬਰ ਤੇ ਆਪਾਂ ਬਣਾਤੀਆਂ ਵਾਈਲਡ ਲਾਈਫ ਸੈਂਚੁਰੀਜ਼ ਬਣਾਤੀਆਂ, ਠੀਕ ਹੈ ਜੀ। ਤੀਜੇ ਨੰਬਰ ਤੇ ਆਪਾਂ ਬਣਾਤੇ ਆ ਜੀ ਕੰਜ਼ਰਵੇਸ਼ਨ ਰਿਜ਼ਰਵ ਬਣਾਤੇ ਆ, ਤੇ ਲਾਸਟ ਤੇ ਆਪਾਂ ਬਣਾਤੇ ਆ ਜੀ ਕਮਿਊਨਿਟੀ ਰਿਜ਼ਰਵ ਬਣਾਤੇ ਆ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਆਪਾਂ ਕੀਤੀਆਂ। ਹੁਣ ਇਹਦੇ ਵਿੱਚ ਕਰਨਾ ਕੀ ਆ, ਦੇਖੋ ਪਹਿਲਾਂ ਤਾਂ ਇਹਨਾਂ ਚਾਰਾਂ ਦੇ ਵਿੱਚ ਡਿਫਰੈਂਸ ਸਮਝਦੇ ਆਪਾਂ ਵੀ ਚਾਰਾਂ ਵਿੱਚ ਡਿਫਰੈਂਸ ਕੀ ਹੈਗਾ। ਸਭ ਤੋਂ ਪਹਿਲਾਂ ਜਿਹੜੀਆਂ ਦੋ ਟਰਮਸ ਆਪਸ ਵਿੱਚ ਮਿਲਦੀਆਂ ਨੇ ਉਹ ਹੈਗੀਆਂ ਨੇ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚੁਰੀਜ਼। ਜੇ ਤੁਸੀਂ ਇਸ ਵਰਡ ਨੂੰ ਧਿਆਨ ਨਾਲ ਦੇਖੋਗੇ, ਇਹਦੇ ਵਿੱਚ ਦੇਖੋ ਵਾਈਲਡ ਲਾਈਫ ਸੈਂਚੁਰੀਜ਼, ਵਾਈਲਡ ਲਾਈਫ ਦਾ ਮਤਲਬ ਕੀ ਹੁੰਦਾ? ਜੰਗਲੀ ਜੀਵ। ਠੀਕ ਹੈ, ਹੁਣ ਮੰਨ ਲਓ ਕੋਈ ਏਰੀਆ ਹੈ, ਮੰਨ ਲਓ ਮੈਂ ਤੁਹਾਨੂੰ ਇੱਥੇ ਇੱਕ ਏਰੀਆ ਬਣਾ ਦਿੰਦਾ, ਆ ਏਰੀਆ ਹੈ। ਇਸ ਏਰੀਏ ਦੇ ਵਿੱਚ ਕੀ ਹੋਣਗੇ? ਇਸ ਏਰੀਏ ਦੇ ਵਿੱਚ ਮੰਨ ਲਓ ਕੋਈ ਜੰਗਲੀ ਜੀਵ ਰਹਿ ਰਹੇ ਆ ਇਸ ਏਰੀਏ ਦੇ ਵਿੱਚ, ਪਰ ਉਹਨਾਂ ਜੰਗਲੀ ਜੀਵਾਂ ਦੇ ਵਿੱਚੋਂ ਹੋ ਸਕਦਾ ਇੱਕ ਜਾਂ ਇੱਕ ਤੋਂ ਵੱਧ ਜਿਹੜੀਆਂ ਪ੍ਰਜਾਤੀਆਂ ਹੈਗੀਆਂ ਉਹਨੂੰ ਖਤਰਾ ਹੈ। ਆਪਾਂ ਐ ਕਹਿ ਦਿੰਦੇ ਆ, ਮੰਨ ਲਓ ਵੀ ਉੱਥੇ ਸ਼ੇਰ ਰਹਿ ਰਹੇ ਸੀਗੇ, ਤਾਂ ਸ਼ੇਰਾਂ ਦੀ ਗਿਣਤੀ ਡੇ ਬਾਏ ਡੇ ਘਟਦੀ ਜਾ ਰਹੀ ਹੈ ਆਪਣੇ ਦੇਸ਼ ਦੇ ਵਿੱਚ। ਤਾਂ ਉਹਦੇ ਵਿੱਚ ਕੀ ਹੋਊਗਾ ਵੀ ਜੇ ਆਪਾਂ ਉੱਥੇ ਲੋਕਾਂ ਦੀ ਆਵਾਜਾਈ ਨੂੰ ਨਾ ਰੋਕਿਆ ਤਾਂ ਕੀ ਹੋ ਜਾਊਗਾ? ਉਹਨਾਂ ਦੀ ਪ੍ਰਜਾਤੀ ਨੂੰ ਖਤਰਾ ਹੋ ਸਕਦਾ ਹੈ। ਠੀਕ ਹੈ, ਹੋ ਸਕਦਾ ਵੀ ਲੋਕ ਉਹਦਾ ਸ਼ਿਕਾਰ ਕਰਕੇ ਉਹਨੂੰ ਵਪਾਰਕ ਤੌਰ ਤੇ ਵਰਤ ਲੈਣ। ਤਾਂ ਇਸ ਕਰਕੇ ਉਸ ਏਰੀਏ ਨੂੰ ਕੀ ਕਰ ਦੂਗੀ ਸਰਕਾਰ, ਮੰਨ ਲਓ ਇੰਨੇ ਏਰੀਏ ਨੂੰ ਕੀ ਕਰ ਦੂਗੀ? ਆਪਣੇ ਕੰਟਰੋਲ 'ਚ ਲੈ ਲੂਗੀ। ਉੱਥੇ ਲੋਕਾਂ ਦੀ ਜਾਨ ਦੀ ਮਨਾਹੀ ਹੋਊਗੀ ਜਾਂ ਕੁਝ ਵੀ, ਮਤਲਬ ਕਿ ਉਹਦੇ ਉੱਪਰ ਕੀ ਕਰ ਦੂਗੀ? ਸਿਕਿਉਰਿਟੀ ਲਗਾ ਦੂਗੀ। ਤਾਂ ਉਹਨੂੰ ਆਪਾਂ ਕਹਿ ਦਿੰਦੇ ਆ ਵਾਈਲਡ ਲਾਈਫ ਸੈਂਚੁਰੀਜ਼। ਹੁਣ ਇਸ ਦੇ ਓਪੋਜ਼ਿਟ ਅਗਰ ਮੈਂ ਗੱਲ ਕਰੂੰਗਾ ਨੈਸ਼ਨਲ ਪਾਰਕ ਦੀ, ਹੁਣ ਜਿਹੜਾ ਨੈਸ਼ਨਲ ਪਾਰਕ ਹੁੰਦਾ ਬੇਸਿਕਲੀ ਉਹ ਵੱਡਾ ਹੁੰਦਾ ਹੈ ਵਾਈਲਡ ਲਾਈਫ ਸੈਂਚੁਰੀ ਤੋਂ। ਪਰ ਨੈਸ਼ਨਲ ਪਾਰਕ ਦੇ ਵਿੱਚ ਕੀ ਹੋਊਗਾ ਵੀ ਹੋ ਸਕਦਾ ਵੀ ਟਾਈਗਰ ਵੀ ਉੱਥੇ ਰਹਿੰਦੇ ਹੋਣ, ਹੋ ਸਕਦਾ ਵੀ ਉੱਥੇ ਕ੍ਰੋਕੋਡਾਈਲਸ ਵੀ ਰਹਿੰਦੇ ਹੋਣ, ਹੋ ਸਕਦਾ ਉੱਥੇ ਸਨੇਕਸ ਵੀ ਰਹਿੰਦੇ ਹੋਣ। ਯਾਨੀ ਕਿ ਜਿੰਨੀਆਂ ਪ੍ਰਜਾਤੀਆਂ ਉੱਥੇ ਹੋਣਗੀਆਂ ਉਹਨਾਂ ਸਾਰਿਆਂ ਨੂੰ ਇਕੁਅਲ ਪ੍ਰੋਟੈਕਸ਼ਨ ਦਿੱਤੀ ਜਾਊਗੀ। ਠੀਕ ਹੈ ਜੀ, ਉਹ ਨੈਸ਼ਨਲ ਪਾਰਕ ਹੁੰਦੇ ਆ। ਨੈਸ਼ਨਲ ਪਾਰਕ ਹੁਣ ਦੇਖੋ ਆਪਣੇ ਪੰਜਾਬ ਦੇ ਵਿੱਚ ਤਾਂ ਕੋਈ ਹੈ ਹੀ ਨਹੀਂਗਾ, ਤਾਂ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਸਟ੍ਰੈਸ ਨਹੀਂ ਦੇ ਰਹੇ। ਆਪਾਂ ਪੰਜਾਬ ਦੇ ਵਿੱਚ ਕੀ ਪੜ੍ਹਨੀਆਂ ਨੇ? ਵਾਈਲਡ ਲਾਈਫ ਸੈਂਚੁਰੀਜ਼ ਪੜ੍ਹਨੀਆਂ ਨੇ ਤੇ ਕੰਜ਼ਰਵੇਸ਼ਨ ਤੇ ਕਮਿਊਨਿਟੀ ਰਿਜ਼ਰਵ ਪੜ੍ਹਨੇ ਆ। ਹੁਣ ਕੰਜ਼ਰਵੇਸ਼ਨ ਰਿਜ਼ਰਵ ਤੇ ਕਮਿਊਨਿਟੀ ਰਿਜ਼ਰਵ ਕੀ ਹੁੰਦੇ ਆ ਤੁਹਾਨੂੰ ਮੈਂ ਉਹ ਵੀ ਦੱਸ ਦਿੰਦਾ। ਹੁਣ ਤੁਹਾਨੂੰ ਮੈਂ ਹੁਣ ਇੱਕ ਚੀਜ਼ ਦੱਸੀ ਆ ਵਾਈਲਡ ਲਾਈਫ ਸੈਂਚੁਰੀਜ਼, ਕਿ ਮੰਨ ਲਓ ਇੰਨਾ ਜਿਹੜਾ ਏਰੀਆ ਸੀਗਾ ਸਰਕਾਰ ਨੇ ਕੀ ਕਰਤਾ? ਇਹਨੂੰ ਵਾਈਲਡ ਲਾਈਫ ਸੈਂਚੁਰੀ ਡਿਕਲੇਅਰ ਕਰਤਾ। ਪਰ ਹੁਣ ਹੋ ਸਕਦਾ ਵੀ ਜਿੰਨੀ ਹੁਣ ਬਾਉਂਡਰੀ ਆਪਾਂ ਕੀਤੀ ਆ, ਹੁਣ ਬਾਉਂਡਰੀ ਤੋਂ ਬਾਹਰ ਵੀ ਕੋਈ ਜੰਗਲੀ ਜੀਵ ਜਾ ਸਕਦਾ, ਕਿਉਂਕਿ ਜਾਨਵਰ ਨੂੰ ਥੋੜੀ ਪਤਾ ਵੀ ਇਹ ਬਾਉਂਡਰੀ ਹੈ। ਉਹ ਤਾਂ ਖੁੱਲਾ ਜੰਗਲ ਦੇ ਵਿੱਚ ਰਹਿਣਾ ਗਿੱਜੇ ਹੁੰਦੇ ਆ। ਤਾਂ ਮੰਨ ਲਓ ਇਹਦੇ ਨਾਲ ਜਿਹੜਾ ਆ ਲੱਗਦਾ ਜ਼ਮੀਨ, ਜਿਹੜੀ ਹੋਰ ਜ਼ਮੀਨ ਸੀਗੀ, ਆ ਮੰਨ ਲਓ ਇਹਦੇ ਨਾਲ ਲੱਗਦੀ ਜਿਹੜੀ ਜ਼ਮੀਨ ਸੀਗੀ ਇਹ ਸਰਕਾਰੀ ਜ਼ਮੀਨ, ਇਹਨੂੰ ਸਰਕਾਰੀ ਜ਼ਮੀਨ ਮੰਨ ਕੇ ਚੱਲਾਂਗੇ ਆਪਾਂ। ਇਹ ਸਾਰੀ ਗਵਰਨਮੈਂਟ ਦੀ ਜ਼ਮੀਨ ਹੋਊਗੀ। ਜਿਹੜੀ ਇਹ ਸਾਰੀ ਜ਼ਮੀਨ ਹੈਗੀ ਹੈ ਇਹਨੂੰ ਕੀ ਕੀਤਾ ਜਾਊਗਾ? ਡਿਕਲੇਅਰ, ਇਹਨੂੰ ਡਿਕਲੇਅਰ ਕੀਤਾ ਜਾਊਗਾ ਕੰਜ਼ਰਵੇਸ਼ਨ ਰਿਜ਼ਰਵ। ਠੀਕ ਹੈ ਜੀ, ਇਹਨੂੰ ਕੀ ਕਰਤਾ ਆਪਾਂ? ਡਿਕਲੇਅਰ, ਕੰਜ਼ਰਵੇਸ਼ਨ ਰਿਜ਼ਰਵ ਡਿਕਲੇਅਰ ਕਰਤਾ। ਠੀਕ ਹੈ, ਜਿਹੜੀ ਨਾਲ ਲੱਗਦੀ ਜ਼ਮੀਨ ਹੈ ਜਿੱਥੋਂ ਮਤਲਬ ਕਿ ਉਹਨਾਂ ਦੀ ਐਂਟਰੀ ਜਾਂ ਐਗਜ਼ਿਟ ਹੋਊਗੀ ਜਿਹੜੇ ਜੰਗਲੀ ਜੀਵ ਉਸ ਏਰੀਏ 'ਚ ਰਹਿੰਦੇ ਆ। ਪਰ ਹੁਣ ਆਪਾਂ ਗੱਲ ਕਰਨੀ ਆ ਵੀ ਕੰਜ਼ਰਵੇਸ਼ਨ ਰਿਜ਼ਰਵ ਤੇ ਕਮਿਊਨਿਟੀ ਰਿਜ਼ਰਵ ਦੇ ਵਿੱਚ ਕੀ ਫਰਕ ਹੋਊਗਾ? ਦੋਨੇ ਲਗਭਗ ਹੈ ਸੇਮ ਹੀ ਹੈ। ਦੋਨੇ ਵਾਈਲਡ ਲਾਈਫ ਸੈਂਚੁਰੀ ਦੇ ਨਾਲ ਲੱਗਦੀਆਂ ਜ਼ਮੀਨਾਂ ਹੋਣਗੀਆਂ। ਮੰਨ ਲਓ ਵੀ ਇਹਦੇ ਨਾਲ ਲੱਗਦੀ ਹੋਰ ਜ਼ਮੀਨ, ਥੋੜੀ ਜੀ ਹੋਰ ਆਪਾਂ ਜ਼ਮੀਨ ਦੀ ਗੱਲ ਕਰੀਏ, ਪਰ ਉਹ ਗਵਰਨਮੈਂਟ ਦੀ ਜ਼ਮੀਨ ਨਹੀਂ ਹੋਊਗੀ, ਉਹ ਉੱਥੋਂ ਦੇ ਰਹਿੰਦੇ ਲੋਕਾਂ ਦੀ ਜ਼ਮੀਨ ਹੋ ਸਕਦੀ ਹੈ। ਤਾਂ ਸਰਕਾਰ ਉਹਨਾਂ ਦੀ ਸਹਿਮਤੀ ਲੈ ਕੇ ਜਿਹੜੀ ਆ ਜ਼ਮੀਨ ਹੈ ਇਹ ਕੀ ਹੋਊਗੀ? ਇੱਕ ਪ੍ਰਾਈਵੇਟ ਜ਼ਮੀਨ ਹੋਊਗੀ। ਲੋਕਾਂ ਦੀ ਸਹਿਮਤੀ ਲੈ ਕੇ ਉੱਥੇ ਕੀ ਕਰ ਦੂਗੀ? ਕੁਝ ਕੁ ਲੈਵਲ ਦੀ ਕੀ ਕਰ ਦੂਗੀ? ਪ੍ਰੋਟੈਕਸ਼ਨ ਕਰ ਦੂਗੀ। ਉਹਨੂੰ ਆਪਾਂ ਕਹਿ ਦਿੰਦੇ ਆ ਕਮਿਊਨਿਟੀ ਰਿਜ਼ਰਵ ਕਹਿ ਦਿੰਦੇ ਆ। ਕਰਦੇ ਕਾਹਤੋਂ ਆਪਾਂ? ਇਹ ਤੁਹਾਨੂੰ ਮੈਂ ਦੱਸਤਾ ਵੀ ਜਿਹੜੇ ਉੱਥੇ ਪ੍ਰਜਾਤੀਆਂ ਹੈਗੀਆਂ ਨੇ ਉਹਨਾਂ ਨੂੰ ਸੁਰੱਖਿਅਤ ਕਰਨ ਵਾਸਤੇ ਹੀ ਕੀਤਾ ਜਾਂਦਾ ਹੈ। ਤਾਂ ਆਪਾਂ ਹੁਣ ਪੜ੍ਹਨਾ ਕੀ ਆ? ਵਾਈਲਡ ਲਾਈਫ ਸੈਂਚੁਰੀਜ਼ ਪੜ੍ਹਨੀਆਂ ਨੇ, ਕੰਜ਼ਰਵੇਸ਼ਨ ਰਿਜ਼ਰਵ ਪੜ੍ਹਨੇ ਨੇ, ਕਮਿਊਨਿਟੀ ਰਿਜ਼ਰਵ ਪੜ੍ਹਨੇ ਨੇ। ਨੈਸ਼ਨਲ ਪਾਰਕ ਆਪਣੇ ਪੰਜਾਬ ਦੇ ਵਿੱਚ ਹੈ ਨਹੀਂਗੇ। ਠੀਕ ਹੈ ਜੀ, ਤਾਂ ਇਹ ਤਾਂ ਪ੍ਰੋਟੈਕਟਡ ਏਰੀਆਜ਼ ਹੋ ਗਏ। ਇਹ ਜਿਹੜੇ ਚੀਜ਼ਾਂ ਪੜਾਂਗੇ ਆਪਾਂ ਵਾਈਲਡ ਲਾਈਫ ਸੈਂਚੁਰੀਜ਼, ਕੰਜ਼ਰਵੇਸ਼ਨ ਰਿਜ਼ਰਵ, ਕਮਿਊਨਿਟੀ ਰਿਜ਼ਰਵ, ਇਹ ਪੜਾਂਗੇ ਆਪਾਂ ਨੈਕਸਟ ਲੈਕਚਰ ਦੇ ਵਿੱਚ। ਅੱਜ ਇਸ ਤੋਂ ਬਾਅਦ ਇੱਕ ਹੋਰ ਪ੍ਰੋਟੈਕਟਡ ਏਰੀਆ ਜਿਹੜਾ ਕਿ ਬਹੁਤ ਸਭ ਤੋਂ ਮਹੱਤਵਪੂਰਨ ਹੈ ਔਰ ਜਿਹਦੇ ਤੋਂ ਸਭ ਤੋਂ ਵੱਧ ਪ੍ਰਸ਼ਨ ਪੁੱਛੇ ਜਾਂਦੇ ਆ, ਚਾਹੇ ਉਹ ਪੀਟਰ ਬੋਰਡ ਹੋਵੇ ਚਾਹੇ ਪੀਪੀਐਸਸੀ ਹੋਵੇ, ਉਹਨੇ ਵੀ ਪ੍ਰਸ਼ਨ ਪੁੱਛੇ ਆ ਉਸ ਤੋਂ ਟੌਪਿਕ ਤੋਂ। ਤਾਂ ਪਹਿਲਾਂ ਆਪਾਂ ਉਹ ਟੌਪਿਕ ਕਵਰ ਕਰਾਂਗੇ। ਇਸ ਤੋਂ ਅਗਲਾ ਜਿਹੜਾ ਪ੍ਰੋਟੈਕਸ਼ਨ ਏਰੀਆ ਹੋਊਗਾ ਰਾਜੇ, ਉਹ ਹੋਊਗਾ ਆਪਣਾ ਵੈਟਲੈਂਡਸ। ਉਹਦੀ ਆਪਾਂ ਨੈਕਸਟ ਗੱਲ ਕਰਦੇ ਆ। ਪਰ ਅਗਰ ਆਪਾਂ ਟੋਟਲ ਏਰੀਆ ਦੀ ਗੱਲ ਕਰੀਏ ਵੀ ਪੰਜਾਬ ਦੇ ਵਿੱਚ ਟੋਟਲ ਕਿੰਨਾ ਏਰੀਆ ਜਿਹੜਾ ਹੈਗਾ ਜਿਹੜਾ ਪ੍ਰੋਟੈਕਸ਼ਨ ਦੇ ਅੰਡਰ ਆਉਂਦਾ, ਤਾਂ ਲਗਭਗ 340 ਸਕੁਅਰ ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਪੰਜਾਬ ਦਾ, ਉਹ ਕਿਹਦੇ ਅੰਡਰ ਆਉਂਦਾ? ਪ੍ਰੋਟੈਕਸ਼ਨ ਦੇ ਅੰਡਰ ਆਉਂਦਾ। ਇੰਨਾ ਮਤਲਬ ਏਰੀਆ ਆਪਾਂ ਕੀ ਕੀਤਾ ਹੋਇਆ? ਪ੍ਰੋਟੈਕਟ ਕੀਤਾ ਹੋਇਆ। 50,362 ਵਰਗ ਸਕੁਅਰ ਕਿਲੋਮੀਟਰ ਆਪਣਾ ਟੋਟਲ ਏਰੀਆ ਹੈ।
ਤਾਂ ਉਹਦੇ ਵਿੱਚੋਂ ਆਪਾਂ ਕੀ ਕੀਤਾ ਹੋਇਆ 340 ਕਿਲੋਮੀਟਰ ਸਕੁਅਰ ਵਰਗ ਜਿਹੜਾ ਹੈਗਾ ਉਹ ਪ੍ਰੋਟੈਕਟ ਕੀਤਾ ਹੋਇਆ। ਹੁਣ ਇੰਨੀ ਪ੍ਰੋਟੈਕਸ਼ਨ ਦੇ ਅੰਡਰ ਆਪਣੇ ਕੋਲੇ ਆ ਕੀ ਜਾਂਦਾ ਹੈ, 13 ਤਾਂ ਆਪਣੇ ਕੋਲੇ ਵਾਈਲਡ ਲਾਈਫ ਸੈਂਚੁਰੀ ਆ ਪੰਜਾਬ ਦੇ ਵਿੱਚ, 4 ਹੀ ਕੰਜ਼ਰਵੇਸ਼ਨ ਰਿਜ਼ਰਵ ਹੈ ਤੇ 4 ਹੀ ਕਮਿਊਨਿਟੀ ਰਿਜ਼ਰਵ ਹੈ। ਸੌਰੀ ਇੱਥੇ 3 ਲਿਖਿਆ ਗਿਆ, ਹੁਣ ਇੱਕ ਨਵਾਂ ਬਾਅਦ ਚ ਡਿਕਲੇਅਰ ਕੀਤਾ, ਤਾਂ 4 ਹੀ ਆਪਣੇ ਕੋਲੇ ਕੀ ਨੇ ਕੰਜ਼ਰਵੇਸ਼ਨ ਰਿਜ਼ਰਵ ਨੇ ਤੇ 4 ਹੀ ਕੀ ਨੇ ਆਪਣੇ ਕੋਲੇ ਕਮਿਊਨਿਟੀ ਰਿਜ਼ਰਵ ਨੇ। ਟੋਟਲ ਏਰੀਆ ਵੀ ਯਾਦ ਰੱਖ ਲਿਓ। ਡਾਇਰੈਕਟ PSSS ਬੋਰਡ ਸਟੈਟਿਕ ਕੁਐਸਚਨ ਪੁੱਛ ਲੈਂਦਾ, ਕਿਤੇ ਇਹ ਨਾ ਸੋਚੀ ਜਾਇਓ ਵੀ ਗਰੁੱਪ ਬੀ ਕਰਕੇ ਵੀ ਸਟੇਟਮੈਂਟ ਆਊਗੀ, ਹੋ ਸਕਦਾ ਡਾਇਰੈਕਟ ਸਟੈਟਿਕ ਫੈਕਟ ਪੁੱਛ ਲਵੇ। ਤਾਂ 340 ਸਕੁਅਰ ਕਿਲੋਮੀਟਰ ਯਾਦ ਰੱਖਣਾ। ਹੁਣ ਅਗਲੀ ਜਿਹੜੀ ਮੈਂ ਪ੍ਰੋਟੈਕਸ਼ਨ ਦੀ ਗੱਲ ਕੀਤੀ ਹੈ ਰਾਜੇ, ਵੈਟਲੈਂਡ ਦੀ ਗੱਲ ਕੀਤੀ ਹੈ। ਪਹਿਲਾਂ ਤਾਂ ਆਪਾਂ ਸਮਝਦੇ ਹਾਂ ਵੀ ਵੈਟਲੈਂਡ ਹੁੰਦਾ ਕੀ ਹੈ। ਆ ਦੇਖੋ ਜਿਹੜਾ ਵੈਟਲੈਂਡ ਸ਼ਬਦ ਹੈਗਾ ਇਹ ਦੋ ਚੀਜ਼ਾਂ ਤੋਂ ਬਣਿਆ, ਵੈਟ ਪਲੱਸ ਲੈਂਡ। ਠੀਕ ਹੈ ਜੀ, ਵੈਟ ਪਲੱਸ ਲੈਂਡ। ਵੈਟ ਦਾ ਮਤਲਬ ਕੀ ਹੁੰਦਾ, ਗਿੱਲਾ, ਜਿਹਨੂੰ ਆਪਾਂ ਪੰਜਾਬੀ ਚ ਤਰ ਕਹਿ ਦਿੰਦੇ ਆ, ਤੇ ਲੈਂਡ ਨੂੰ ਕੀ ਕਹਿ ਦਿੰਦੇ ਆ ਆਪਾਂ, ਭੂਮੀ ਕਹਿ ਦਿੰਦੇ ਆ। ਤਾਂ ਤਰ ਭੂਮੀ, ਹੁਣ ਤਰ ਭੂਮੀ ਕਿਹੜੀ ਹੋ ਸਕਦੀ ਹੈ, ਤਰ ਭੂਮੀ ਜਿਹਦੇ ਵਿੱਚ ਗਿੱਲਾਪਣ ਰਹੂਗਾ ਪਾਣੀ ਦਾ। ਹੋ ਸਕਦਾ ਵੀ ਪੂਰੇ ਸਾਲ ਉੱਥੇ ਪਾਣੀ ਖੜਾ ਹੋਵੇ, ਜਾਂ ਆਪਾਂ ਜੇ ਆਪਾਂ ਦੇਖੀਏ ਨਹਿਰਾਂ ਦੇ ਕਿਨਾਰੇ, ਸਮੁੰਦਰਾਂ ਦੇ ਕਿਨਾਰੇ, ਜਾਂ ਜਿਹੜੇ ਦਰਿਆ ਹੈਗੇ ਆ ਉਹਨਾਂ ਦੇ ਕਿਨਾਰੇ ਜਿਹੜੇ ਦਰਖਤ ਹੁੰਦੇ ਆ ਉਹਨਾਂ ਦੇ ਥੱਲੇ ਪਾਣੀ ਦਾ ਜਾਲਾ ਬਣ ਜਾਂਦਾ ਹੈ। ਉਹ ਸਾਰੇ ਕੀ ਹੁੰਦੇ ਨੇ, ਵੈਟਲੈਂਡਸ ਹੁੰਦੇ ਨੇ। ਤਾਂ ਟੋਟਲ ਆਪਣੇ ਪੰਜਾਬ ਦੀ ਗੱਲ ਕਰੀਏ, ਆਪਣੇ ਪੰਜਾਬ ਵਿੱਚ ਟੋਟਲ 21 ਵੈਟਲੈਂਡ ਹੈ, ਜਿਹਦੇ ਵਿੱਚੋਂ 12 ਤਾਂ ਨੈਚੁਰਲ ਨੇ ਤੇ 9 ਕੀ ਹੈ, ਮੈਨ ਮੇਡ ਹੈ। ਠੀਕ ਹੈ ਜੀ। ਹੁਣ ਮੈਨ ਮੇਡ ਵੈਟਲੈਂਡ ਕਿਉਂ ਬਣਾਏ ਜਾਂਦੇ ਆ, ਇਹਦੀ ਚਰਚਾ ਆਪਾਂ ਅੱਗੇ ਕਰਾਂਗੇ। ਟੋਟਲ ਵੈਟਲੈਂਡ ਕਿੰਨੇ ਤਰ੍ਹਾਂ ਦੇ ਹੁੰਦੇ ਆ ਇਹ ਵੀ ਪੜ੍ਹ ਲਾਂਗੇ, ਬਟ ਉਹਦੇ ਵਿੱਚ 2 ਹੀ ਜ਼ਿਆਦਾ ਮਹੱਤਵਪੂਰਨ ਨੇ, ਉਹ ਦੱਸ ਕੇ ਜਾਊਂਗਾ ਮੈਂ। ਪਰ ਫਿਲਹਾਲ ਦੀ ਘੜੀ ਆਪਾਂ ਕੀ ਪੜਿਆ ਵੀ ਆਪਣਾ 340 ਵਰਗ ਸਕੁਅਰ ਕਿਲੋਮੀਟਰ ਜਿਹੜਾ ਏਰੀਆ ਪੰਜਾਬ ਦਾ, ਉਹ ਕਿਹਦੇ ਅੰਡਰ ਹੈ, ਪ੍ਰੋਟੈਕਸ਼ਨ ਦੇ ਅੰਡਰ ਹੈ, ਜਿਹਦੇ ਵਿੱਚੋਂ 13 ਤਾਂ ਆਪਣੇ ਕੋਲੇ ਆ ਜਾਂਦੀ ਹੈ ਵਾਈਲਡ ਲਾਈਫ ਸੈਂਚੁਰੀਜ਼, 4 ਕੰਜ਼ਰਵੇਸ਼ਨ ਰਿਜ਼ਰਵ, 4 ਕਮਿਊਨਿਟੀ ਰਿਜ਼ਰਵ ਤੇ 21 ਵੈਟਲੈਂਡਸ ਆ ਜਾਂਦੀਆਂ। ਅੱਗੇ ਫਰਦਰ ਕੈਟਾਗਰੀ ਦੀ ਗੱਲ ਕਰੀਏ, 12 ਨੈਚੁਰਲ ਵੈਟਲੈਂਡਸ ਨੇ ਜਿਹੜੀਆਂ ਕੁਦਰਤੀ ਤੌਰ ਤੇ ਬਣੀਆਂ ਨੇ, ਤੇ 9 ਇਨਸਾਨਾਂ ਨੇ ਖੁਦ ਬਣਾਈਆਂ, ਆਪਣੇ ਹਿੱਤ ਵਾਸਤੇ ਕਿਉਂ ਬਣਾਈਆਂ ਜਾਂਦੀਆਂ ਉਹਦੀ ਚਰਚਾ ਆਪਾਂ ਅੱਗੇ ਕਰਦੇ ਆ। ਵੈਟਲੈਂਡ ਸਮਝ ਕੇ, ਤਰ ਭੂਮੀ, ਵੈਟ ਮਤਲਬ ਗਿੱਲਾ ਤੇ ਲੈਂਡ ਮਤਲਬ ਜ਼ਮੀਨ, ਜਿਹਨੂੰ ਆਪਾਂ ਭੂਮੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਧਰਤੀ ਵੀ ਕਹਿ ਦਿੰਦੇ ਆ। ਤਾਂ ਵੈਟ ਲੈਂਡਸ ਜਲਗਾਹਾਂ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਕਾਫੀ ਸਾਰੇ ਸ਼ਬਦ ਨੇ ਇਹਦੇ ਵਾਸਤੇ। ਚਲੋ ਅੱਗੇ ਆਪਾਂ ਗੱਲ ਕਰਦੇ ਆ। ਮੈਂ ਫਿਲਹਾਲ ਵੈਟਲੈਂਡ ਸ਼ਬਦ ਯੂਜ਼ ਕਰੂੰਗਾ, ਕਿਉਂਕਿ ਹੋ ਸਕਦਾ ਵੀ ਕਈ ਬੱਚੇ ਜਿਹੜੇ ਆਪਣੇ ਨਾਲ ਕਨਵੈਂਟ ਸਕੂਲਾਂ ਵਾਲੇ ਹੈਗੇ ਆ, ਕੁਝ ਕਈਆਂ ਨੂੰ ਦੇਸੀ ਭਾਸ਼ਾ ਨਾ ਸਮਝ ਆਵੇ। ਹੁਣ ਆਪਾਂ ਵੈਟਲੈਂਡ ਦੀ ਗੱਲ ਕਰੀਏ ਪਹਿਲਾਂ ਤਾਂ। ਹੁਣ ਰਾਮਸਰ ਸਾਈਟਾਂ ਕਿੰਨੀਆਂ ਹੁੰਦੀਆਂ, ਫਲਾਨਾ ਕੀ ਹੁੰਦਾ, ਉਹ ਬਾਅਦ ਦੀ ਗੱਲ ਹੈ। ਪਹਿਲਾਂ ਆਪਾਂ ਵੈਟਲੈਂਡ ਦੀ ਗੱਲ ਕਰ ਰਹੇ ਆ। ਕਹਿੰਦਾ ਪਹਿਲਾਂ ਪੜੋ, ਠੀਕ ਹੈ। ਕਹਿੰਦਾ ਵੈਟਲੈਂਡ ਆਰ ਦੋਜ਼ ਏਰੀਆ ਵੇਅਰ ਦਾ ਸੋਇਲ ਇਜ਼ ਕਵਰਡ ਵਿਦ ਦਾ ਵਾਟਰ ਔਰ ਕੈਨ ਬੀ ਪ੍ਰੈਜ਼ੈਂਟ ਨੀਅਰ ਦਾ ਗਰਾਊਂਡ ਥਰੂ ਆਊਟ ਦਾ ਈਅਰ। ਕਹਿੰਦਾ ਵੀ ਵੈਟਲੈਂਡ ਕੀ ਹੋਊਗੀ, ਜਿਹਦੀ ਮਿੱਟੀ ਦੇ ਵਿੱਚ ਸਾਰਾ ਸਾਲ ਪਾਣੀ ਦੀ ਨਮੀ ਹੋਊਗੀ, ਜਾਂ ਫਿਰ ਕਹਿੰਦਾ ਉਹ ਬਿਲਕੁਲ ਨੇੜੇ ਹੋਊਗਾ ਪਾਣੀ ਉਸ ਮਿੱਟੀ ਦੇ, ਉਹ ਕੀ ਖਵਾਈ ਜਾਊਗੀ, ਉਹ ਵੈਟਲੈਂਡ ਖਵਾਈ ਜਾਊਗੀ। ਹੁਣ ਜਿਹੜਾ ਇਹਦੇ ਵਿੱਚ ਪਾਣੀ ਹੁੰਦਾ ਰਾਜੇ, ਉਹ ਫਰੈਸ਼ ਵਾਟਰ ਵੀ ਹੋ ਸਕਦਾ ਹੈ। ਠੀਕ ਹੈ ਜੀ, ਫਰੈਸ਼ ਵਾਟਰ ਲੇਕਸ ਜਿਵੇਂ ਹੁੰਦੀਆਂ, ਫਰੈਸ਼ ਵਾਟਰ ਵੈਟਲੈਂਡਸ ਵੀ ਹੁੰਦੀਆਂ, ਜਾਂ ਫਿਰ ਪਾਣੀ, ਠੀਕ ਹੈ, ਥੋੜਾ ਜਿਹਾ ਕੀ ਹੋ ਸਕਦਾ ਹੈ, ਐਸਿਡਿਕ ਹੋ ਸਕਦਾ ਹੈ, ਐਲਕਲਾਈਨ ਹੋ ਸਕਦਾ ਹੈ, ਜਾਂ ਆਪਾਂ ਜਿਹਨੂੰ ਆਪਾਂ ਤੇਜ਼ਾਬੀ ਕਹਿ ਦਿੰਦੇ ਆ, ਲੂਣੀ ਕਹਿ ਦਿੰਦੇ ਆ। ਤਾਂ ਇਹ ਅਕੋਰਡਿੰਗ ਟੂ ਸੀਜ਼ਨ ਵੀ ਡਿਪੈਂਡ ਕਰਦਾ, ਜਾਂ ਪੱਕੇ ਤੌਰ ਤੇ ਵੀ ਪਾਣੀ ਖੜਾ ਹੋ ਸਕਦਾ ਹੈ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕੀ ਖਵਾਉਣਗੀਆਂ, ਤਰ ਭੂਮੀਆਂ ਖਵਾਉਣਗੀਆਂ, ਵੈਟਲੈਂਡਸ ਖਵਾਉਣਗੀਆਂ। ਬੇਸਿਕਲੀ ਜਿਹੜੀਆਂ ਵੈਟਲੈਂਡਸ ਹੁੰਦੀਆਂ ਨੇ ਇੱਕ ਦੂਜੇ ਤੋਂ ਭਿੰਨ ਕਿਵੇਂ ਹੁੰਦੀਆਂ ਨੇ, ਡਿਫਰੈਂਟ ਕਿਵੇਂ ਹੁੰਦੀਆਂ ਨੇ, ਡਿਫਰੈਂਟ ਸਿਰਫ ਉਹ ਆਪਣੇ ਜਲਵਾਯੂ ਕਰਕੇ, ਜਿਹਨੂੰ ਆਪਾਂ ਕਹਿ ਦਿੰਦੇ ਆ ਕਲਾਈਮੇਟ, ਠੀਕ ਹੈ ਜੀ, ਸੋਇਲ ਕਰਕੇ, ਠੀਕ ਹੈ ਜੀ, ਟੋਪੋਗ੍ਰਾਫੀ ਜਿਹਨੂੰ ਆਪਾਂ ਭੂ ਵਿਗਿਆਨ ਕਹਿ ਦਿੰਦੇ ਆ, ਹਾਈਡਰੋਲੋਜੀ, ਠੀਕ ਹੈ ਜੀ, ਵਾਟਰ, ਮਤਲਬ ਕਿ ਉਹਦੇ ਵਿੱਚ ਜਿਹੜੇ ਵੱਖਰੇ ਵੱਖਰੇ ਜਿਹੜੇ ਫੈਕਟਰ ਹੈਗੇ ਆ, ਉਹਦੇ ਬੇਸ ਤੇ ਆਪਾਂ ਇਹਨਾਂ ਨੂੰ ਕੀ ਕਰ ਸਕਦੇ ਆ, ਮਤਲਬ ਕਿ ਇੱਕ ਦੂਜੇ ਨਾਲੋਂ ਕੀ ਕਰ ਸਕਦੇ ਆ, ਭਿੰਨ ਕਰ ਸਕਦੇ ਆ। ਜਾਂ ਉਹਦੇ ਵਿੱਚ ਜਿਹੜੇ ਦਰਖਤ ਹੈਗੇ ਆ, ਵੈਜੀਟੇਸ਼ਨ ਹੈਗੀ ਹੈ, ਉਹਦੇ ਬੇਸ ਤੇ ਵੀ ਵੈਟਲੈਂਡ ਨੂੰ ਆਪਾਂ ਕੀ ਕਰ ਸਕਦੇ ਆ, ਡਿਫਰੈਂਟ ਮਤਲਬ ਤਰੀਕੇ ਨਾਲ ਵੰਡ ਸਕਦੇ ਆ। ਪਰ ਜਿਹੜਾ ਆਪਾਂ ਵੰਡ ਪੜਨੀ ਆ ਉਹ ਅਲੱਗ ਹੈ। ਠੀਕ ਹੈ ਜੀ। ਤਾਂ ਫਿਲਹਾਲ ਮੈਂ ਆਈ ਹੋਪ ਤੁਸੀਂ ਇਹ ਸਮਝ ਗਏ ਹੋਵੋਗੇ ਵੀ ਵੈਟਲੈਂਡਸ ਹੁੰਦੀਆਂ ਕੀ ਹੈ। ਅੱਗੇ ਵਧਦੇ ਆ ਆਪਾਂ। ਹੁਣ ਵੈਸੇ ਤਾਂ ਦੇਖੋ ਆ ਸਾਰਾ ਕਰਨ ਦੀ ਜ਼ਰੂਰਤ ਨਹੀਂ ਹੈਗੀ ਪੰਜਾਬ ਵਾਸਤੇ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ। ਸਭ ਤੋਂ ਪਹਿਲੀ ਕੈਟਾਗਰੀ ਦੀ ਅਗਰ ਆਪਾਂ ਗੱਲ ਕਰੀਏ, ਦੇਖੋ ਸਭ ਤੋਂ ਪਹਿਲੀ ਕੈਟਾਗਰੀ ਆਪਣੇ ਕੋਲੇ ਪਈ ਆ ਹਿਊਮਨ ਮੇਡ ਵੈਟਲੈਂਡਸ। ਹੁਣ ਇਨਸਾਨ, ਮੈਂ ਤੁਹਾਨੂੰ ਕਿਹਾ ਵੀ ਸਭ ਤੋਂ ਖਤਰਨਾਕ ਜਾਨਵਰ ਕੌਣ ਹੈ, ਇਨਸਾਨ ਹੈ। ਠੀਕ ਹੈ। ਹਿਊਮਨ ਵੈਟਲੈਂਡ ਕਿਉਂ ਬਣਾਉਂਦਾ ਕਿ ਮੰਨ ਲਓ ਪਿੱਛੋਂ ਕੋਈ ਨਦੀ ਆ ਰਹੀ ਹੈ ਜਾਂ ਕੋਈ ਪਹਾੜਾਂ ਤੋਂ ਪਾਣੀ ਆ ਰਿਹਾ, ਆਪਾਂ ਕੀ ਕਰਦੇ ਉੱਥੇ ਥੋੜਾ ਜਿਹਾ ਬੰਨ ਮਾਰ ਲੈਂਦੇ ਆ। ਮੈਂ ਡੈਮ ਦੀ ਗੱਲ ਨਹੀਂ ਕਰ ਰਿਹਾ, ਡੈਮ ਤਾਂ ਵੱਡੇ ਹੁੰਦੇ ਆ ਜਿੱਥੇ ਆਪਾਂ ਬਿਜਲੀ ਬਣਾਉਣੇ ਆ, ਡੈਮ ਵੱਖਰੇ ਹੁੰਦੇ ਆ। ਇਹ ਬੈਰੇਜ ਕਹਿ ਸਕਦੇ ਆ ਆਪਾਂ, ਜਿਵੇਂ ਨੱਕਾ ਮਾਰ ਲੈਂਦੇ ਆ, ਨੱਕਾ ਮਾਰ ਕੇ ਜਿਹੜਾ ਆਪਾਂ ਪਾਣੀ ਰੋਕ ਲੈਂਦੇ ਆ ਤੇ ਥੱਲੇ ਆਪਣੇ ਹਿਸਾਬ ਨਾਲ ਕੋਈ ਪਾਣੀ ਛੱਡਦੇ ਆ ਤਾਂ ਉੱਥੇ ਪਾਣੀ ਜਮਾ ਹੋ ਜਾਂਦਾ ਹੈ, ਉਹਨੂੰ ਆਪਾਂ ਕਹਿ ਦਿੰਦੇ ਆ ਵੈਟਲੈਂਡ। ਇਹ ਵੈਟਲੈਂਡ ਆਪਾਂ ਕਿਉਂ ਬਣਾਉਣੇ ਆ,
ਇਹ ਬਣਾਉਣੇ ਆਪਾਂ ਆਪਣੇ ਪੀਣ ਵਾਸਤੇ ਪਾਣੀ ਦੀ ਵਰਤੋਂ ਕਰ ਸਕਦੇ ਹਾਂ, ਇਰੀਗੇਸ਼ਨ ਵਾਸਤੇ ਯਾਨੀ ਕਿ ਸਿੰਚਾਈ ਵਾਸਤੇ ਕਰ ਸਕਦੇ ਹਾਂ, ਜਾਂ ਉਸ ਟਾਈਮ ਤੇ ਕਰ ਸਕਦੇ ਹਾਂ ਜਦੋਂ ਮੰਨ ਲਓ ਮੌਨਸੂਨ ਨਹੀਂ ਹੈਗਾ, ਅੱਤ ਦੀ ਗਰਮੀ ਪੈ ਰਹੀ ਹੈ, ਤਾਂ ਉਸ ਵਾਸਤੇ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਯਾਨੀ ਕਿ ਹਿਊਮਨ ਵੈਟਲੈਂਡਸ ਆਪਾਂ ਬਣਾਉਣੇ ਆ ਆਪਣੀ ਖਾਤਰ, ਆਪਣੇ ਲੋਕ ਹਿੱਤ ਦੀ ਖਾਤਰ, ਆਪਣੀਆਂ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ। ਅੱਗੇ ਕੁਝ ਲੇਕਸ ਹੁੰਦੇ ਆ, ਪੌਂਡਸ ਹੁੰਦੇ ਆ, ਲੇਕਸ ਤੇ ਪੌਂਡਸ ਬਣ ਜਾਂਦੇ ਆ ਨੈਚੁਰਲੀ ਜਦੋਂ ਕੋਈ ਬਾਰਿਸ਼ ਪੈਂਦੀ ਹੈ ਮੰਨ ਲਓ, ਤਾਂ ਪਹਾੜਾਂ ਤੋਂ ਜਿਹੜਾ ਥੱਲੇ ਆ ਕੇ ਪਾਣੀ ਜਮਾ ਹੋ ਜਾਂਦਾ, ਉੱਥੇ ਲੇਕਸ ਬਣ ਜਾਂਦੇ ਆ। ਰਿਵਰ ਫਲੱਡ ਪਲੇਨਸ ਕੀ ਹੁੰਦੇ ਆ, ਮੰਨ ਲਓ ਕਿ ਹੁਣ ਜਿਵੇਂ ਮੈਦਾਨੀ ਏਰੀਏ ਆ, ਉੱਥੇ ਫਲੱਡ ਆ ਗਿਆ, ਫਲੱਡ ਆਉਣ ਤੋਂ ਬਾਅਦ ਕੁਝ ਪਾਣੀ ਸੁੱਕ ਗਿਆ, ਕੁਝ ਮਤਲਬ ਟਿੱਬੇ ਜੇ ਰਹਿ ਗਏ, ਪਰ ਉਹ ਟਿੱਬੇ ਜਾਂ ਜਿਹੜੀ ਨਦੀ ਰਹਿ ਜੂਗੀ ਜਾਂ ਜਿਹੜਾ ਏਰੀਆ ਰਹਿ ਜੂਗਾ ਉਹਦੇ ਵਿੱਚ ਨਮੀ ਰਹਿ ਜੂਗੀ, ਤਾਂ ਉਹ ਕੀ ਬਣ ਜੂਗਾ, ਉਹਨੂੰ ਆਪਾਂ ਕਹਿ ਦਿੰਦੇ ਆ ਰਿਵਰ ਫਲੱਡ ਪਲੇਨਸ, ਵੈਟਲੈਂਡਸ ਕਹਿ ਦਿੰਦੇ ਆ। ਅੱਛਾ, ਇੱਕ ਹੁੰਦਾ ਜੀ ਔਕਸਬਾਓ ਲੇਕਸ, ਵੈਸੇ ਤਾਂ ਇਹ ਇੰਨਾ ਇੰਪੋਰਟੈਂਟ ਨਹੀਂ ਹੈਗਾ। ਔਕਸਬਾਓ ਲੇਕਸ ਹੁੰਦਾ ਕਿ ਨਦੀ ਜਦੋਂ ਆਪਣਾ ਰਸਤਾ ਕੱਟਦੀ ਆ, ਦੇਖੋ ਜਦੋਂ ਆ ਨਦੀ ਆ ਰਹੀ ਆ, ਮੰਨ ਲਓ ਨਦੀ ਦਾ ਜਿਹੜਾ ਰਸਤਾ ਸੀਗਾ ਪਹਿਲਾਂ ਆ ਸਾਰਾ ਰਸਤਾ ਸੀਗਾ, ਪਰ ਕੁਝ ਦੇਰ ਬਾਅਦ ਨਦੀ ਦਾ ਪਾਣੀ ਘਟ ਗਿਆ ਤਾਂ ਉਹਨੇ ਰਸਤਾ ਆਹੀ ਰਹਿ ਗਿਆ, ਤਾਂ ਵਿੱਚ ਜ਼ਮੀਨ ਜਿਹੜੀ ਹੈਗੀ ਖਾਲੀ ਹੋ ਗਈ ਹੈ, ਇਹਨੂੰ ਆਪਾਂ ਕਹਿ ਦਿੰਦੇ ਆ ਔਕਸਬਾਓ ਲੇਕਸ ਕਹਿ ਦਿੰਦੇ ਆ। ਪਰ ਤੁਹਾਡੇ ਵਾਸਤੇ ਸਭ ਤੋਂ ਮਹੱਤਵਪੂਰਨ ਦੋ ਹੀ ਹੈਗੀਆਂ, ਵੈਸੇ ਮੈਂ ਤਿੰਨ ਪੜ੍ਹਾ ਦਿੰਦਾ, ਦੋ ਤਿੰਨ ਕਿਹੜੀਆਂ ਹੈਗੀਆਂ, ਸਭ ਤੋਂ ਪਹਿਲੀ ਤੁਸੀਂ ਯਾਦ ਰੱਖਣੀ ਆ ਮੈਨ ਮੇਡ, ਠੀਕ ਹੈ ਜੀ। 2 ਨੰਬਰ ਤੇ ਯਾਦ ਰੱਖਣੀ ਆ ਮੈਰਸ਼ਿਜ਼। ਮੈਰਸ਼ਿਜ਼ ਕੀ ਹੁੰਦਾ, ਮੈਰਸ਼ਿਜ਼ ਇਦਾਂ ਦੀ ਵੈਟਲੈਂਡ ਹੈ ਜਿੱਥੇ ਬਨਸਪਤੀ ਨਹੀਂ ਹੋਊਗੀ, ਪਰ ਬਨਸਪਤੀ ਦਾ ਜਿਹੜਾ ਦੂਜਾ ਰੂਪ ਹੁੰਦਾ ਹੈ, ਜਿਵੇਂ ਘਾਹ ਜਾਂ ਜਿਹੜੇ ਕਾਈ ਦੇ ਉੱਪਰ ਪੌਦੇ ਆ ਜਾਂਦੇ ਆ, ਉਹ ਸਾਰੇ ਹੋਣਗੇ ਮੈਰਸ਼ਿਜ਼ ਵੈਟਲੈਂਡ ਦੇ ਵਿੱਚ। ਤੇ ਇੱਕ ਹੁੰਦੇ ਆਪਣੇ ਕੋਲੇ ਸਵੈਮਸ। ਸਵੈਮਸ ਦੇ ਵਿੱਚ ਕੀ ਹੋਊਗਾ, ਜਿਹੜਾ ਵੀ ਜਾਨੀ ਕਿ ਸਮੁੰਦਰੀ ਕੰਢੇ ਦੇ ਨੇੜੇ ਜਿਹੜੇ ਦਰਖਤ ਹੁੰਦੇ ਆ, ਉਹਨਾਂ ਵਿੱਚ ਸਾਰਾ ਸਾਲ ਪਾਣੀ ਖੜਾ ਰਹਿੰਦਾ, ਠੀਕ ਹੈ। ਜਿੱਥੇ ਕੀ ਹੈ ਜੀ ਵੁਡਨ ਵਾਲੀ ਲੱਕੜ ਜ਼ਿਆਦਾ ਹੋਊਗੀ, ਦਰਖਤ ਜ਼ਿਆਦਾ ਹੋਣਗੇ, ਉਹ ਸਵੈਮਸ ਕੀ ਹੋ ਜੂਗੀ, ਤੁਹਾਡੀ ਵੈਟਲੈਂਡਸ ਹੋ ਜਾਣਗੀਆਂ। ਇੱਕ ਹੁੰਦਾ ਐਸਚੁਰੀਜ਼। ਐਸਚੁਰੀਜ਼ ਹੁੰਦਾ ਵੀ ਜਿੱਥੇ ਨਦੀ ਆ ਕੇ ਖਤਮ ਹੋ ਜਾਂਦੀ ਹੈ, ਨਦੀ ਆ ਕੇ ਸਮੁੰਦਰ ਵਿੱਚ ਡਿੱਗ ਪੈਂਦੀ ਹੈ, ਤਾਂ ਉੱਥੇ ਇੱਕ ਐਸਚੁਰੀਜ਼ ਬਣ ਜਾਂਦੀਆਂ, ਜਿਵੇਂ ਆ ਬਣੀ ਹੋਈ ਹੈ, ਦੇਖੋ ਪਿੱਛੋਂ ਨਦੀ ਆ ਰਹੀ ਹੈ, ਨਦੀ ਇੱਥੇ ਆ ਕੇ ਨਦੀ ਨੇ ਕੀ ਕੀਤਾ, ਸਮੁੰਦਰ ਦੇ ਵਿੱਚ ਆ ਕੇ ਖਤਮ ਹੋ ਗਈ ਹੈ, ਤੇ ਜਿਹੜਾ ਫਰੈਸ਼ ਵਾਟਰ ਆ ਉਹ ਕਿਹਦੇ ਵਿੱਚ ਮਿਲ ਗਿਆ, ਸਮੁੰਦਰੀ ਪਾਣੀ ਵਿੱਚ ਮਿਲ ਗਿਆ, ਖਾਰੇ ਪਾਣੀ 'ਚ ਮਿਲ ਗਿਆ, ਤਾਂ ਜਿਹੜਾ ਆ ਏਰੀਆ ਬਣ ਗਿਆ ਇਹਨੂੰ ਐਸਚੁਰੀਜ਼ ਕਹਿ ਦਿੰਦੇ ਆ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ, ਬਾਕੀ ਇੰਨੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਮੈਂ ਪੜ੍ਹਾ ਦਿੰਦਾ। ਮੇਨ ਮੈਰਸ਼ਿਜ਼ ਤੇ ਸਵੈਮ ਦੇ ਵਿੱਚ ਪੁੱਛਦੇ ਹੁੰਦੇ ਆ, ਆ ਤੁਸੀਂ ਸਮਝ ਗਏ ਹੋਵੋਗੇ। ਦੇਖੋ ਦਰਖਤ ਖੜੇ ਆ, ਦਰਖਤਾਂ ਦੇ ਵਿੱਚ ਆ ਦੇਖੋ ਸਿੱਲਣ ਆ ਰਹੀ ਹੈ, ਇਹਦੇ ਵਿੱਚ ਸਾਰਾ ਸਾਲ ਪਾਣੀ ਖੜਾ ਰਹੂਗਾ। ਇਹ ਜਿਹੜੇ ਨਦੀ ਦੇ ਕੰਢੇ ਹੋ ਸਕਦੇ ਆ, ਦਰਿਆ ਦੇ ਕੰਢੇ ਹੋ ਸਕਦੇ ਆ, ਤੇ ਜਿਹੜੇ ਮੈਰਸ਼ਿਜ਼ ਹੁੰਦੇ ਆ ਬੇਸਿਕਲੀ ਉੱਥੇ ਹੋਊਗਾ ਤਾਂ ਪਾਣੀ, ਪਰ ਉੱਥੇ ਦਰਖਤ ਨਹੀਂ ਹੋਣਗੇ, ਉੱਥੇ ਕਿਵੇਂ ਘਾਹ ਹੋ ਗਿਆ, ਛੋਟੇ ਪੌਦੇ ਹੋ ਗਏ, ਉਹ ਜ਼ਿਆਦਾ ਹੋਣਗੇ, ਠੀਕ ਹੈ ਜੀ। ਇਹ ਸਾਰੀਆਂ ਕੀ ਨੇ, ਕਿਸਮਾਂ ਨੇ, ਕਿਹਦੀਆਂ ਕਿਸਮਾਂ ਨੇ, ਇਹ ਵੈਟਲੈਂਡ ਦੀਆਂ ਕਿਸਮਾਂ ਮੈਂ ਕਰਵਾ ਰਿਹਾ। ਅੱਗੇ ਚੱਲਦੇ ਹਾਂ ਜੀ ਆਪਾਂ, ਬਾਕੀ 2-4 ਕਿਸਮਾਂ ਹੋਰ ਪੜ੍ਹਨੀਆਂ ਤੁਸੀਂ ਹੋਰ ਵੀ ਪੜ੍ਹ ਸਕਦੇ ਹੋ, ਜਿਵੇਂ ਬੌਗ। ਬੌਗ ਕੀ ਹੁੰਦਾ, ਬੇਸਿਕਲੀ ਬੌਗ ਵੀ ਜਿਵੇਂ ਮੈਂ ਮੈਰਸ਼ਿਜ਼ ਪੜ੍ਹਾਇਆ ਉਵੇਂ ਹੀ ਹੁੰਦਾ, ਪਰ ਇਹ ਕੀ ਹੁੰਦਾ, ਇੱਕ ਤੇਜ਼ਾਬੀ ਪਾਣੀ ਜ਼ਿਆਦਾ ਹੁੰਦਾ, ਇਹਦੇ ਵਿੱਚ ਐਸਿਡਿਕ ਜ਼ਿਆਦਾ ਹੁੰਦਾ। ਇਵੇਂ ਫੈਨ ਹੁੰਦਾ, ਫੈਨ ਵੀ ਇਸ ਤਰ੍ਹਾਂ ਹੀ ਹੁੰਦਾ ਸਵੈਮ ਵਾਂਗੂ, ਪਰ ਉਹ ਕੀ ਹੁੰਦਾ, ਐਲਕਲਾਈਨ ਹੁੰਦਾ, ਯਾਨੀ ਕਿ ਐਲਕਲਾਈਨ ਦਾ ਮਤਲਬ ਕੀ ਹੁੰਦਾ ਕਿ ਇਹਦੇ ਵਿੱਚ ਖਾਰਾਪਣ ਜ਼ਿਆਦਾ ਹੁੰਦਾ। ਐਵੇਂ ਆਪਾਂ ਸਵੈਮ ਪੜ੍ਹ ਲਿਆ, ਐਵੇਂ ਆਪਾਂ ਮੈਰਸ਼ਿਜ਼ ਪੜ੍ਹ ਲਿਆ, ਓਕੇ ਆ ਜੀ। ਅੱਗੇ ਚੱਲਦੇ ਹਾਂ ਹੁਣ ਆਪਾਂ, ਹੁਣ ਇੱਥੋਂ ਆਪਾਂ ਮੇਨ ਸ਼ੁਰੂ ਕਰਨ ਜਾ ਰਹੇ ਹਾਂ। ਦੇਖੋ ਪੰਜਾਬ ਦੇ ਵਿੱਚ 12 ਨੈਚੁਰਲ ਵੈਟਲੈਂਡ ਨੇ ਤੇ 9 ਮੈਨ ਮੇਡ ਵੈਟਲੈਂਡ ਨੇ, ਪਰ ਆਪਾਂ ਇਹ ਤਾਂ ਯਾਦ ਰੱਖਣਾ ਹੀ ਰੱਖਣਾ, ਪਰ ਉਹਦੇ ਵਿੱਚ ਆਪਾਂ ਯਾਦ ਰੱਖਣਾ ਵੀ ਜਿਹੜੀਆਂ 6 ਹੈਗੀਆਂ ਨੇ ਪੰਜਾਬ ਦੇ ਵਿੱਚ, ਉਹ ਕੀ ਨੇ, ਰਾਮਸਰ ਸਾਈਟਸ ਨੇ। ਹੁਣ ਰਾਮਸਰ ਸਾਈਟਸ ਵੈਸੇ ਤਾਂ 99% ਬੱਚਿਆਂ ਨੂੰ ਪਤਾ ਹੋਊਗਾ ਵੀ ਰਾਮਸਰ ਸਾਈਟ ਕੀ ਹੁੰਦੀਆਂ, ਪਰ ਫਿਰ ਵੀ ਮੈਂ 1% ਮੰਨ ਕੇ ਚੱਲਦਾ, ਕੋਈ ਮੇਰੇ ਵਰਗਾ ਵੀ ਹੋ ਸਕਦਾ, ਠੀਕ ਹੈ। ਮੈਂ ਤੁਹਾਨੂੰ ਚਲੋ ਇੱਕ ਪੁਰਾਣੀ ਗੱਲ ਸਿਖਾਉਣਾ। ਮੈਂ ਵੀ ਦੇਖੋ ਬਹੁਤ ਯਾਨੀ ਕਿ ਇੱਕ ਬੈਕਵਰਡ ਏਰੀਆ ਸਾਡਾ ਫਾਜ਼ਿਲਕਾ, ਮੈਂ ਉੱਥੋਂ ਪੜ੍ਹਿਆ ਹੋਇਆ। ਜਦੋਂ ਮੈਂ ਵੀ ਨਵਾਂ ਤਿਆਰੀ ਕਰਨੀ ਸ਼ੁਰੂ ਕੀਤੀ ਤੇ ਮੈਨੂੰ ਨਾ ਇੱਕ ਦੋ ਲੈਕਚਰ ਸੁਣੇ, ਜਿਵੇਂ ਉਦੋਂ YouTube ਤਾਂ ਹੁੰਦਾ ਨਹੀਂ ਸੀਗਾ, ਵੀ ਕਲਾਸਾਂ ਲਗਾਈਆਂ ਆਫਲਾਈਨ। ਇੱਕ ਟੀਚਰ ਕਰੀ ਜਾਵੇ ਰਾਮਸਰ ਸਾਈਟਸ, ਰਾਮਸਰ ਸਾਈਟਸ। ਮੈਂ ਕਿਹਾ ਯਾਰ ਵੀ ਰਾਮਸਰ ਸਾਈਟਸ ਮਤਲਬ ਵੀ ਸ਼੍ਰੀ ਰਾਮ ਜੀ ਭਗਵਾਨ ਜੀ ਨਾਲ ਰਿਲੇਟਡ ਕੋਈ ਸਾਈਟਸ ਹੋਣਗੀਆਂ, ਉਹਨਾਂ ਨੂੰ ਕਹਿੰਦੇ ਰਾਮਸਰ ਸਾਈਟਸ। ਮੈਂ ਉਹ ਟੀਚਰ ਨੂੰ ਪੁੱਛ ਲਿਆ, ਟੀਚਰ ਕਹਿੰਦਾ ਕੋਈ ਗੱਲ ਨਹੀਂ ਕਾਕਾ, ਤੂੰ ਬਾਅਦ ਚ ਮੈਨੂੰ ਮਿਲੀ, ਵੀ ਤੈਨੂੰ ਮੈਂ ਬਾਅਦ ਚ ਦੱਸ ਦੂੰਗਾ। ਤੇ ਉਹ ਵੀ ਵਿਚਾਰਾ ਮੇਰੇ ਵਰਗਾ ਹੀ ਸੀਗਾ, ਮੈਨੂੰ ਕਹਿੰਦਾ ਯਾਰ ਵੀ ਮੈਂ ਪੜ੍ਹਾਇਆ ਤਾਂ ਬਹੁਤ ਵਾਰੀ ਹੈ, ਪਰ ਮੈਨੂੰ ਖੁਦ ਨਹੀਂ ਪਤਾ ਵੀ ਰਾਮਸਰ ਸਾਈਟ ਕੀ ਹੁੰਦੀਆਂ, ਤੇ ਇਸ ਕਰਕੇ ਮੈਂ ਮੰਨ ਕੇ ਚੱਲਦਾ ਹੁੰਦਾ ਵੀ ਕੋਈ ਮੇਰੇ ਵਰਗਾ ਵੀ ਵਿਦਿਆਰਥੀ ਜਿਹੜਾ ਵਿਚਾਰਾ ਬੈਕਵਰਡ ਏਰੀਆ ਤੋਂ ਹੋ ਸਕਦਾ ਵੀ ਉਹਨੂੰ ਨਾ ਪਤਾ ਹੋਵੇ ਰਾਮਸਰ ਸਾਈਟਸ ਕੀ ਹੁੰਦੀ ਆ, ਤਾਂ ਇਹਦੇ ਬਾਰੇ ਦੱਸਣਾ ਵੀ ਜ਼ਰੂਰੀ ਹੈ। ਪਰ ਯਾਦ ਤੁਸੀਂ ਰੱਖਣਾ ਵੀ ਪੰਜਾਬ ਦੇ ਵਿੱਚ ਟੋਟਲ 12 ਦੇ ਵਿੱਚੋਂ 9 ਤਾਂ ਮੈਨ ਮੇਡ ਹੈ, ਪਰ ਉਹਨਾਂ ਵਿੱਚੋਂ 6 ਜਿਹੜੀਆਂ ਹੈਗੀਆਂ ਨੇ ਰਾਮਸਰ ਸਾਈਟਸ ਨੇ, ਔਰ ਉਹਨਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। 6 ਦੇ 6 ਦੇ ਨਾਮ ਕਿਹੜੇ ਏਰੀਏ 'ਚ ਪੈਂਦੀਆਂ ਨੇ, ਕਾਹਤੋਂ ਉਹ ਡਿਕਲੇਅਰ ਕੀਤੀਆਂ ਗਈਆਂ ਨੇ, ਇਹ ਪਤਾ ਹੋਣਾ ਚਾਹੀਦਾ। ਹੁਣ ਆਪਾਂ ਰਾਮਸਰ ਸਾਈਟ ਦੀ ਗੱਲ ਕਰਦੇ ਹਾਂ। ਰਾਮਸਰ ਸਾਈਟ ਹੁੰਦੀਆਂ ਕੀ ਹੈ, ਦੇਖੋ ਹੁਣ ਮੰਨ ਲਓ ਆਪਾਂ ਦੇਸੀ ਇੱਕ ਐਗਜ਼ਾਮਪਲ ਸਮਝਦੇ ਹਾਂ।
ਹੁਣ ਕੀ ਹੋ ਗਿਆ ਜੀ, ਮੰਨ ਲਓ ਮੇਰੇ ਕੋਲੇ 15 ਜਵਾਕਾਂ ਦੀ ਇੱਕ ਕਲਾਸ ਸੀਗੀ, ਠੀਕ ਹੈ। ਵੈਸੇ ਮੈਂ ਅੱਜ ਤੱਕ ਵਰਡ ਨਲਾਇਕ ਯੂਜ਼ ਨਹੀਂ ਕੀਤਾ ਕਦੇ ਵੀ। ਮੈਂ ਕਹਿੰਦਾ ਉਹਨਾਂ ਕਮਜ਼ੋਰ ਵਿਦਿਆਰਥੀ। ਮੈਂ ਜਿੰਨੇ ਵੀ ਕਾਲਜਾਂ ਸਕੂਲਾਂ 'ਚ ਪੜ੍ਹਾਇਆ, ਮੈਂ ਹਮੇਸ਼ਾ ਕਲਾਸ ਦੇ ਵਿੱਚ ਦੇਖਦਾ ਹੁੰਦਾ ਵੀ ਕਿਹੜਾ ਕਮਜ਼ੋਰ ਵਿਦਿਆਰਥੀ, ਮੈਂ ਉਹਨੂੰ ਟਾਰਗੇਟ ਕਰ ਲੈਣਾ ਹੁੰਦਾ। ਮੈਨੂੰ ਐ ਹੁੰਦਾ ਵੀ ਜੇ ਸਭ ਤੋਂ ਕਮਜ਼ੋਰ ਵਿਦਿਆਰਥੀ ਨੂੰ ਮੇਰੀ ਗੱਲ ਸਮਝ ਆ ਗਈ ਤਾਂ ਦੂਜੇ ਤਾਂ ਸਾਰੇ ਉਸ ਤੋਂ ਉੱਪਰ ਹੀ ਨੇ, ਤਾਂ ਆਟੋਮੈਟਿਕਲੀ ਸਭ ਨੂੰ ਗੱਲ ਸਮਝ ਆ ਜਾਊਗੀ। ਹੁਣ ਮੰਨ ਲਓ 15 ਵਿਦਿਆਰਥੀ ਸੀ, 15 ਵਿੱਚੋਂ 3 ਜਿਹੜੇ ਸੀਗੇ ਵਿਚਾਰੇ ਉਹ ਬਹੁਤ ਕਮਜ਼ੋਰ ਸੀਗੇ, ਠੀਕ ਹੈ। ਕਮਜ਼ੋਰ ਦਾ ਮਤਲਬ ਨਲਾਇਕ ਨਹੀਂ ਹੁੰਦਾ, ਵੀ ਉਹਨਾਂ ਕੋਲੇ ਰਿਸੋਰਸਿਸ ਉਹਨੇ ਨਹੀਂ ਸੀਗੇ ਜਿੰਨੇ ਬਾਕੀ, ਠੀਕ ਹੈ, ਬਾਕੀ ਬੰਦਿਆਂ ਕੋਲੇ ਸੀਗੇ, ਠੀਕ ਹੈ ਜੀ। ਬਾਕੀ 12 ਕੋਲੇ ਸੀਗੇ। ਤਾਂ ਹੁਣ ਇਹਦੇ ਵਿੱਚੋਂ 12 ਤਾਂ ਜਿਹੜੇ ਹੈਗੇ ਉਹ ਤਾਂ ਇੰਟੈਲੀਜੈਂਟ ਨੇ, ਠੀਕ ਹੈ ਜੀ। 3 ਵਿਚਾਰੇ ਕਮਜ਼ੋਰ ਨੇ। ਮੈਂ ਤਿੰਨਾਂ ਨੂੰ ਕੀ ਕਿਹਾ, ਬਈ ਤੁਸੀਂ ਕਲਾਸ ਤੋਂ ਬਾਅਦ ਮੇਰੇ ਕੋਲੇ 2 ਘੰਟੇ ਸਪੈਸ਼ਲ ਲਾਉਣੇ ਨੇ, ਠੀਕ ਹੈ, ਤਾਂ ਤੁਸੀਂ ਉਹਨਾਂ ਨਾਲ 12 ਦੇ ਨਾਲ ਜਾ ਕੇ ਰਲੋਗੇ। ਤਾਂ ਜਿਹੜੇ 3 ਸੀਗੇ ਇਹਨਾਂ ਨੂੰ ਮੈਂ ਕੀ ਕਰਤਾ, ਇੱਕ ਸਪੈਸ਼ਲ ਕਲਾਸ ਦੇਤੀ 2 ਘੰਟਿਆਂ ਦੀ। ਤਾਂ ਉਸ ਸਪੈਸ਼ਲ ਕਲਾਸ ਦਾ ਮੈਂ ਨਾਮ ਰੱਖਤਾ ਰਾਮ ਸਰ, ਠੀਕ ਹੈ ਜੀ, ਰਾਮ ਸਰ। ਤਾਂ ਇਹ 3 ਕੀ ਹੋ ਗਏ, ਸਪੈਸ਼ਲ ਹੋ ਗਏ। ਤਾਂ ਇਹਨਾਂ ਨੂੰ ਇੱਕ ਮੈਂ ਸਪੈਸ਼ਲ ਨਾਮ ਦੇਤਾ, ਠੀਕ ਹੈ ਜੀ। ਜਾਂ ਇਹਨਾਂ ਨੂੰ ਮੈਂ ਕਹਿਤਾ ਵੀ ਸੁਪਰ 3, ਇਹ ਮੇਰੇ ਸੁਪਰ 3 ਵਿਦਿਆਰਥੀ ਬਣਨਗੇ ਅੱਗੇ ਜਾ ਕੇ, ਇਹਨਾਂ ਤੋਂ ਮੈਂ ਸਪੈਸ਼ਲ ਮਿਹਨਤ ਕਰਵਾ ਰਿਹਾ। ਤਾਂ ਉਵੇਂ ਰਾਜੇ ਆਪਣੇ ਕੋਲ ਟੋਟਲ 12 ਵੈਟਲੈਂਡ ਸੀਗੀਆਂ, ਪਰ ਉਹਨਾਂ ਵਿੱਚੋਂ 6 ਅਜਿਹੀਆਂ ਵੈਟਲੈਂਡ ਸੀਗੀਆਂ ਜਿਹੜੀਆਂ ਕਿ ਡੇ ਬਾਏ ਡੇ ਕਮਜ਼ੋਰ ਹੁੰਦੀਆਂ ਜਾ ਰਹੀਆਂ ਸੀ। ਜਿਹੜੇ ਉਹਨਾਂ ਵਿੱਚ ਰਹਿਣ ਵਾਲੇ ਜੀਵ ਸੀਗੇ ਜਾਂ ਬਨਸਪਤੀ ਦੀ ਜਿਹੜੀ ਕਿਸਮ ਸੀਗੀ, ਉਹ ਡੇ ਬਾਏ ਡੇ ਘਟਦੀ ਜਾ ਰਹੀ ਸੀਗੀ। ਘਟਦੀ ਕਿਵੇਂ ਆ, ਲੋਕ ਉੱਥੇ ਜਾ ਕੇ ਦਰਖਤਾਂ ਨੂੰ ਕੱਟ ਰਹੇ ਆ, ਜਾਂ ਜਿਹੜੀ ਉਹ ਪ੍ਰਜਾਤੀ ਹੈਗੀ ਆ ਡੇ ਬਾਏ ਡੇ ਉਹਨੂੰ ਉਦਾਂ ਦਾ ਐਟਮੋਸਫੀਅਰ ਨਹੀਂ ਮਿਲ ਰਿਹਾ, ਉਹ ਪ੍ਰਜਾਤੀ ਲੋਪ ਹੋ ਰਹੀ ਹੈ। ਤਾਂ ਸਰਕਾਰ ਨੇ ਕੀ ਕੀਤਾ, ਉਹਨੂੰ ਕੀ ਕਰਤਾ, ਉਹਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਸਪੈਸ਼ਲ ਸਟੇਟਸ ਦੇਤਾ, ਦੈਟ ਇਜ਼ ਕਾਲਡ ਰਾਮਸਰ ਸਾਈਟ। ਹੁਣ ਰਾਮਸਰ ਹੀ ਨਾਮ ਕਿਉਂ ਰੱਖਿਆ ਗਿਆ, ਇਹਦਾ ਮੈਂ ਸਾਰੀ ਕਹਾਣੀ ਤੁਹਾਨੂੰ ਮੈਂ ਦੱਸਦਾ। ਆਈ ਹੋਪ ਰਾਮਸਰ ਸਾਈਟ ਦਾ ਮਤਲਬ ਸਮਝ ਆ ਗਿਆ ਹੋਊਗਾ, ਠੀਕ ਹੈ। ਹੁਣ ਇਹਨੂੰ ਰਾਮਸਰ ਹੀ ਕਿਉਂ ਕਿਹਾ ਗਿਆ ਉਹ ਮੈਂ ਦੱਸਦਾ। ਥੋੜਾ ਜਿਹਾ ਮੈਨੂੰ 1 ਸੈਕਿੰਡ ਚੈੱਕ ਕਰ ਲੈਣ ਦਿਓ। ਰਾਮਸਰ ਕਿਉਂ ਕਿਹਾ, ਪਿੱਛੇ ਵੀ ਕਹਾਣੀ ਬਹੁਤ ਵੱਡੀ ਹੈ, ਠੀਕ ਹੈ। ਵੱਡੀ ਕੀ ਹੈ ਵੀ ਤੁਸੀਂ ਯਾਦ ਕੀ ਰੱਖਣਾ, ਦੇਖੋ ਰਾਮਸਰ ਇੱਕ ਸ਼ਹਿਰ ਹੈ। ਰਾਮਸਰ ਕੀ ਹੈ ਰਾਜੇ, ਇੱਕ ਸ਼ਹਿਰ ਹੈ, ਈਰਾਨ ਦਾ ਇੱਕ ਸ਼ਹਿਰ ਹੈ। ਉੱਥੇ ਕੀ ਹੋਈ ਸੀ, ਇੱਕ ਮੀਟਿੰਗ ਹੋਈ ਸੀਗੀ, ਐਂ ਕਹਿ ਲਓ ਇੱਕ ਇਕੱਠ ਹੋਇਆ ਸੀ ਸਾਰੀਆਂ ਕੰਟਰੀਆਂ ਦਾ। ਹੁਣ ਦੇਖੋ ਤੁਹਾਨੂੰ ਪਤਾ ਵੀ ਜਿੰਨੀਆਂ ਵੀ, ਠੀਕ ਹੈ, ਯੂਐਨਓ ਵੱਲੋਂ ਬਣਾਈਆਂ ਗਈਆਂ ਅਲੱਗ-ਅਲੱਗ ਸੰਸਥਾਵਾਂ ਹੈਗੀਆਂ ਨੇ, ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਹੈਗੀ ਹੈ, ਯੂਨੈਸਕੋ ਹੈਗੀ ਹੈ, ਵੱਖਰੀਆਂ ਵੱਖਰੀਆਂ ਸੰਸਥਾਵਾਂ ਹੈਗੀਆਂ ਨੇ ਜਿਹੜੀਆਂ ਕਿ ਆਪਣੇ ਆਪਣੇ ਖੇਤਰ 'ਚ ਕੰਮ ਕਰਦੀਆਂ ਨੇ, ਜਿਹਦੇ ਵਿੱਚ ਸਾਰੇ ਦੇਸ਼ ਕੀ ਕਰਦੇ ਆ, ਮਿਲ ਕੇ ਪਾਰਟਿਸਿਪੇਟ ਕਰਦੇ ਆ। ਹੁਣ ਐਵੇਂ ਆਪਣੇ ਕੋਲੇ ਕੀ ਹੈ ਜੀ, ਇੱਕ ਈਰਾਨ ਦੇ ਵਿੱਚ ਇੱਕ ਸ਼ਹਿਰ ਹੈਗਾ ਰਾਮਸਰ, ਉੱਥੇ ਇੱਕ ਕਨਵੈਨਸ਼ਨ ਹੋਈ ਹੈ 1971 ਦੇ ਵਿੱਚ, ਠੀਕ ਹੈ ਜੀ। 1971 ਵਿੱਚ ਇੱਕ ਕਨਵੈਨਸ਼ਨ ਹੋਈ। ਕਨਵੈਨਸ਼ਨ ਕਿਹਦੇ ਉੱਪਰ ਹੋਈ, ਉਹ ਹੋਈ ਆ ਜੀ ਵੈਟਲੈਂਡ ਨੂੰ ਲੈ ਕੇ, ਵੀ ਜਿਹੜੇ ਖੇਤਰ ਡੇ ਬਾਏ ਡੇ ਅਲੋਪ ਹੋ ਰਹੇ ਆ, ਜਿਨ੍ਹਾਂ ਦੀ ਸੰਭਾਲ ਵਾਸਤੇ ਆਪਾਂ ਨੂੰ ਸਪੈਸ਼ਲ ਧਿਆਨ ਦੇਣ ਦੀ ਜ਼ਰੂਰਤ ਹੈ। ਤਾਂ ਉਸ ਚੀਜ਼ ਨੂੰ ਕੀ ਕਿਹਾ ਗਿਆ, ਰਾਮਸਰ ਸਾਈਟਸ ਕਿਹਾ ਗਿਆ। ਤਾਂ ਲਿਖਿਆ ਹੋਇਆ ਇਹ ਰਾਮਸਰ ਸਾਈਟ ਇਜ਼ ਦ ਵੈਟਲੈਂਡ ਆਫ ਦਾ ਇੰਟਰਨੈਸ਼ਨਲ ਇੰਪੋਰਟੈਂਸ। ਦੇਖੋ ਹੁਣ ਮੰਨ ਲਓ ਆਪਣੇ ਇੰਡੀਆ ਦੇ ਵਿੱਚ ਹੀ ਪੰਜਾਬ ਆਉਂਦਾ ਹੈ। ਪੰਜਾਬ ਦੀ ਸਰਕਾਰ ਨੇ ਤਾਂ ਉਹਨੂੰ ਚਲੋ ਪ੍ਰੋਟੈਕਟ ਕੀਤਾ ਹੀ ਹੋਇਆ, ਠੀਕ ਹੈ। ਫਿਰ ਉਹਨੂੰ ਨੈਸ਼ਨਲ ਮਿਲ ਗਈ, ਇੰਪੋਰਟੈਂਸ ਮਿਲ ਗਈ, ਆਪਣੇ ਭਾਰਤ ਸਰਕਾਰ ਨੇ ਕਰਤਾ, ਪਰ ਹੁਣ ਉਹਨੂੰ ਇੰਟਰਨੈਸ਼ਨਲੀ ਇੰਪੋਰਟੈਂਟ ਮਿਲ ਗਈ। ਹੁਣ ਮੰਨ ਲਓ ਇੱਕ ਬੰਦਾ ਪੰਜਾਬ 'ਚ ਰਹਿ ਰਿਹਾ, ਪੰਜਾਬ ਮੰਨ ਲਓ ਇੱਕ ਮੰਤਰੀ ਸੀਗਾ, ਪਿੰਡ ਦਾ ਸਰਪੰਚ ਬਣ ਗਿਆ। ਫਿਰ ਉਹ ਕੀ ਬਣ ਗਿਆ, ਸਰਪੰਚ ਬਣਨ ਤੋਂ ਬਾਅਦ ਕੀ ਬਣ ਗਿਆ, ਮੈਂਬਰ ਐਮਪੀ ਬਣ ਗਿਆ। ਐਮਪੀ ਤੋਂ ਬਾਅਦ ਉਹ ਮਤਲਬ ਕਿ ਇੱਕ ਐਂਬੈਸਡਰ ਬਣ ਗਿਆ, ਤਾਂ ਇੰਟਰਨੈਸ਼ਨਲ ਹੀ ਚਲਾ ਗਿਆ। ਤਾਂ ਡੇ ਬਾਏ ਡੇ ਉਹਨੂੰ ਆਪਾਂ ਕੀ ਕਰ ਰਹੇ ਹਾਂ, ਉਹਦਾ ਲੈਵਲ ਅਪ ਕਰ ਰਹੇ ਹਾਂ, ਉਹਨੂੰ ਪ੍ਰੋਟੈਕਸ਼ਨ ਦਾ ਲੈਵਲ ਵਧਾ ਰਹੇ ਹਾਂ। ਤਾਂ ਸਭ ਤੋਂ ਸਿਰੇ ਵਾਲਾ ਲੈਵਲ ਕਿਹੜਾ ਆ ਗਿਆ, ਰਾਮਸਰ ਸਾਈਟਸ। ਤਾਂ ਕਹਿੰਦਾ ਜੀ ਰਾਮਸਰ ਸਾਈਟਸ ਇਜ਼ ਏ ਵੈਟਲੈਂਡ ਆਫ ਦਾ ਇੰਟਰਨੈਸ਼ਨਲ ਇੰਪੋਰਟੈਂਸ ਅੰਡਰ ਦਾ ਰਾਮਸਰ ਕਨਵੈਨਸ਼ਨ। ਕਨਵੈਨਸ਼ਨ ਦਾ ਮਤਲਬ ਹੁੰਦਾ ਮੀਟਿੰਗ, ਠੀਕ ਹੈ ਜੀ। ਇਹਨੂੰ ਦੂਜਾ ਨਾਮ ਵੀ ਯਾਦ ਰੱਖਣਾ, ਰਾਮਸਰ ਕਨਵੈਨਸ਼ਨ ਦਾ ਦੂਜਾ ਨਾਮ ਕੀ ਹੈ, ਕਨਵੈਨਸ਼ਨ ਔਨ ਦਾ ਵੈਟਲੈਂਡਸ, ਠੀਕ ਹੈ ਜੀ। ਵੈਟਲੈਂਡਸ ਨੂੰ ਲੈ ਕੇ ਹੀ ਇਹ ਮੀਟਿੰਗ ਹੋਈ ਸੀਗੀ। ਇਹ ਮੀਟਿੰਗ ਹੈ ਕਿੱਦਾਂ ਦੀ ਸੀਗੀ, ਇੰਟਰ ਗਵਰਨਮੈਂਟਲ ਇਨਵਾਇਰਮੈਂਟਲ ਟ੍ਰੀਟੀ ਸੀਗੀ। ਕਹਿਣ ਦਾ ਮਤਲਬ ਇੰਟਰ ਗਵਰਨਮੈਂਟਲ ਦਾ ਮਤਲਬ ਕਿ ਅਲੱਗ-ਅਲੱਗ ਦੇਸ਼ਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ, ਪਰ এনवायरमेंट ਨੂੰ ਲੈ ਕੇ ਹੀ ਇਹ ਇੱਕ ਟ੍ਰੀਟੀ ਬਣਾਈ ਗਈ ਹੈ। ਤੇ ਇਹਨੂੰ ਯੂਨੈਸਕੋ, ਠੀਕ ਹੈ ਜੀ, ਯੂਨੈਸਕੋ ਪਤਾ ਨਾ ਇੱਕ ਸੰਸਥਾ ਹੈਗੀ ਯੂਐਨਓ ਦੀ, ਇਹਦੀ ਫੁੱਲ ਫਾਰਮ ਵੀ ਯਾਦ ਰੱਖ ਲਿਓ, ਯੂਨਾਈਟਿਡ ਨੇਸ਼ਨਸ ਐਜੂਕੇਸ਼ਨਲ ਸਾਇੰਟਿਫਿਕ ਐਂਡ ਕਲਚਰਲ ਆਰਗੇਨਾਈਜੇਸ਼ਨ, ਠੀਕ ਹੈ ਜੀ। ਇਹਨਾਂ ਨੇ ਕੀ ਕੀਤਾ 1971 ਦੇ ਵਿੱਚ ਇੱਕ ਨਾਮ ਦਿੱਤਾ। ਨਾਮ ਕਿੱਥੋਂ ਦਿੱਤਾ, ਈਰਾਨ ਦੇ ਵਿੱਚ ਇੱਕ ਸਿਟੀ ਸੀ ਰਾਮਸਰ, ਜਿੱਥੇ ਕਨਵੈਨਸ਼ਨ ਹੋਈ ਸੀ। ਉਹਦੇ ਬੇਸ ਤੇ ਕੀ ਕਰਤਾ, ਇਹਨੂੰ ਇੱਕ ਨਾਮ ਦਿੱਤਾ ਰਾਮਸਰ ਸਾਈਟਸ। ਕਿਹਨੂੰ, ਜਿਹੜੀਆਂ ਵੈਟਲੈਂਡ ਨੂੰ ਇੰਪੋਰਟੈਂਟ ਦਿੱਤੀ ਗਈ ਹੈ। ਤੇ ਪੰਜਾਬ ਦੇ ਵਿੱਚ ਕਿੰਨੀਆਂ ਨੇ, ਪੰਜਾਬ ਦੇ ਵਿੱਚ 6 ਨੇ, ਜਿਵੇਂ ਹਰੀਕਾ ਵੈਟਲੈਂਡ, ਕਾਂਜਲੀ ਵੈਟਲੈਂਡ, ਇਹ ਸਾਰੀਆਂ ਆਪਾਂ ਪੜਾਂਗੇ 6 ਦੀਆਂ 6, ਇਹ ਬਹੁਤ ਮਹੱਤਵਪੂਰਨ ਨੇ। ਅੱਗੇ ਚੱਲਦੇ ਹਾਂ ਜੀ, ਇਹ ਪੰਜਾਬੀ 'ਚ ਵੀ ਪੜ੍ਹ ਲਿਓ, ਠੀਕ ਹੈ ਜੀ। ਇਸ ਤੋਂ ਇਲਾਵਾ ਜਿਹੜੀਆਂ ਜਿਹੜੀ ਰਾਮਸਰ ਕਨਵੈਨਸ਼ਨ ਹੋਈ ਆ, ਉਹਦੇ ਵਿੱਚ ਕੱਲੀਆਂ ਵੈਟਲੈਂਡ ਨਹੀਂ ਹੈਗੀਆਂ। ਵੈਟਲੈਂਡ ਤਾਂ ਚਲੋ ਉਹ ਹੈਗੀਆਂ ਹੀ ਹੈਗੀਆਂ, ਇਸ ਤੋਂ ਇਲਾਵਾ ਜਿਹੜੀਆਂ ਵੈਟਲੈਂਡ ਦੇ ਵਿੱਚ ਰਹਿਣ ਵਾਲੀਆਂ ਪ੍ਰਜਾਤੀਆਂ,
ਜਾਂ ਫਿਰ ਜਿਹੜੇ ਬਨਸਪਤੀ ਹੈਗੀ ਹੈ ਉਹਨਾਂ ਨੂੰ ਵੀ ਖਾਸ ਤੌਰ ਤੇ ਧਿਆਨ ਵਿੱਚ ਰੱਖ ਕੇ ਹੀ ਉਹਨਾਂ ਨੂੰ ਕੀ ਮਿਲੀ ਹੈ, ਪ੍ਰੋਟੈਕਸ਼ਨ ਮਿਲੀ ਹੈ। ਇਸ ਚੀਜ਼ ਦਾ ਧਿਆਨ ਰੱਖਿਓ। ਅੱਗੇ ਚੱਲਦੇ ਹਾਂ। ਹੁਣ ਆ ਜਿਹੜਾ ਹੈਗਾ ਇਹ ਇੰਪੋਰਟੈਂਟ ਡਾਟਾ ਹੈਗਾ ਜਿਹੜਾ ਤੁਹਾਡੇ ਆਉਣ ਦਾ ਟਿਪਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈਗੀ ਆ ਵੀ ਜਿਹੜੀ ਰਾਮਸਰ ਕਨਵੈਨਸ਼ਨ ਜਾਂ ਟ੍ਰੀਟੀ ਹੋਈ ਹੈ ਉਹਦੇ ਵਿੱਚ ਉਹ ਸਾਰੇ ਦੇਸ਼ਾਂ ਨੇ ਸਾਈਨ ਕਦੋਂ ਕੀਤੀ ਹੈ, ਉਹ ਸਾਈਨ ਹੋਈ ਹੈ 2 ਫਰਵਰੀ 1971 ਨੂੰ ਹੋਈ ਹੈ। ਇਸੇ ਕਰਕੇ ਵਰਲਡ ਵੈਟਲੈਂਡ ਡੇ ਜਿਹੜਾ ਹੈਗਾ ਉਹ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਗੱਲ ਸਮਝ ਆ ਗਈ ਹੈ। 1971 ਦੇ ਵਿੱਚ 2 ਫਰਵਰੀ ਨੂੰ ਇਹ ਸਾਈਨ ਕੀਤੀ ਗਈ ਟ੍ਰੀਟੀ ਅਲੱਗ-ਅਲੱਗ ਦੇਸ਼ਾਂ ਦੇ ਵੱਲੋਂ। ਇਸੇ ਕਰਕੇ ਵਰਲਡ ਵੈਟਲੈਂਡ ਡੇ 2 ਫਰਵਰੀ ਨੂੰ ਮਨਾਇਆ ਜਾਂਦਾ। ਲੋਕੇਸ਼ਨ ਕੀ ਸੀਗੀ? ਇਰਾਨ ਦਾ ਇੱਕ ਸ਼ਹਿਰ ਸੀਗਾ ਰਾਮਸਰ। ਪਰ ਇਹ ਵਿਦ ਇਫੈਕਟ ਕਦੋਂ ਹੋਈ? ਵਿਦ ਇਫੈਕਟ ਦਾ ਮਤਲਬ ਹੁੰਦਾ ਇਹਨੂੰ ਲਾਗੂ ਕਦੋਂ ਕੀਤਾ ਗਿਆ? ਇਹਨੂੰ ਲਾਗੂ ਕੀਤਾ ਗਿਆ 21 ਦਸੰਬਰ 1975 ਨੂੰ, 4 ਸਾਲ ਬਾਅਦ ਸਮਝ ਲਓ 1975 ਵਿੱਚ ਕੀਤਾ ਗਿਆ। ਇਹਦਾ ਹੈੱਡਕੁਆਟਰ ਹੈ ਕਿੱਥੇ ਹੈ? ਰਾਮਸਰ ਕਨਵੈਨਸ਼ਨ ਦਾ ਹੈੱਡਕੁਆਟਰ ਹੁਣ ਹੈਗਾ ਜੀ ਗਲੈਂਡ, ਸਵਿਟਜ਼ਰਲੈਂਡ ਦੇ ਵਿੱਚ ਹੈ। ਠੀਕ ਹੈ। ਹੁਣ ਗੱਲ ਆਉਂਦੀ ਹੈ ਵੀ ਭਾਰਤ ਨੇ ਕਦੋਂ ਸਾਈਨ ਕੀਤੀ ਹੈ ਟ੍ਰੀਟੀ? ਤਾਂ ਭਾਰਤ ਨੇ ਸਾਈਨ ਕੀਤੀ ਹੈ ਜੀ 1 ਫਰਵਰੀ 1982। ਧਿਆਨ ਰੱਖਿਓ 2 ਫਰਵਰੀ ਨੂੰ ਵੈਟਲੈਂਡ ਡੇ ਮਨਾਇਆ ਜਾਂਦਾ, ਵਰਲਡ ਵੈਟਲੈਂਡ ਡੇ, ਤੇ 1 ਫਰਵਰੀ 1982 ਨੂੰ ਭਾਰਤ ਨੇ ਇਹਦੇ ਉੱਪਰ ਸਾਈਨ ਕੀਤੇ। ਇਸੇ ਕਰਕੇ ਹੁਣ ਭਾਰਤ ਦੇ ਵਿੱਚ ਦੇਖੋ ਕਿੰਨੀਆਂ ਜਿਹੜੀਆਂ ਹੈਗੀਆਂ ਨੇ ਰਾਮਸਰ ਸਾਈਟਸ ਨੇ। ਪਰ ਆਪਾਂ ਪੰਜਾਬ ਦੀ ਫਿਲਹਾਲ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 6 ਜਿਹੜੀਆਂ ਹੈਗੀਆਂ ਨੇ ਟੋਟਲ ਰਾਮਸਰ ਸਾਈਟਸ ਨੇ। ਅੱਛਾ, ਜਿਹੜਾ ਹੁਣ ਵਰਲਡ ਵੈਟਲੈਂਡ ਡੇ 2023 ਚ ਮਨਾਇਆ ਗਿਆ ਉਹਦਾ ਥੀਮ ਵੀ ਯਾਦ ਰੱਖਣਾ। ਉਹਦਾ ਥੀਮ ਹੈਗਾ ਵੈਟਲੈਂਡ ਰੀਸਟੋਰੇਸ਼ਨ। ਠੀਕ ਹੈ ਜੀ, ਇਹ ਵੀ ਯਾਦ ਰੱਖ ਲਿਓ, ਤੁਹਾਨੂੰ ਕਰੰਟ ਦਾ ਕੁਐਸਚਨ ਹੈ ਪੁੱਛਿਆ ਜਾ ਸਕਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ, ਦੇਖੋ ਹੁਣ ਵੈਟਲੈਂਡ ਦੀ ਅਗਰ ਆਪਾਂ ਕੈਟੇਗਰੀ ਦੀ ਵੰਡ ਕਰੀਏ ਤਾਂ ਵੈਟਲੈਂਡ ਦੇ ਵਿੱਚ ਸਭ ਤੋਂ ਟੌਪ ਦੀ ਜਿਹੜੀ ਕੈਟਾਗਰੀ ਹੁੰਦੀ ਉਹਨੂੰ ਕਹਿ ਦਿੰਦੇ ਆ ਰਾਮਸਰ ਸਾਈਟਸ, ਜਾਂ ਉਹਦਾ ਦੂਜਾ ਨਾਮ ਹੈਗਾ ਵੈਟਲੈਂਡ ਆਫ ਦਾ ਇੰਟਰਨੈਸ਼ਨਲ ਇੰਪੋਰਟੈਂਸ। ਠੀਕ ਹੈ ਜੀ, ਜਿਹਨੂੰ ਸਭ ਤੋਂ ਉੱਪਰ ਲੈਵਲ ਦੀ, ਇੰਟਰਨੈਸ਼ਨਲ ਲੈਵਲ ਦੀ, ਠੀਕ ਹੈ ਜੀ, ਇੰਪੋਰਟੈਂਸ ਮਿਲੀ ਹੋਈ ਹੈ, ਉਹ ਰਾਮਸਰ ਸਾਈਟਸ ਹੋਣਗੀਆਂ। ਉਸ ਤੋਂ ਥੱਲੇ ਨੈਸ਼ਨਲ ਇੰਪੋਰਟੈਂਟ ਵਾਲੀਆਂ ਹੋਣਗੀਆਂ। ਉਸ ਤੋਂ ਥੱਲੇ ਸਟੇਟ ਦੀ ਜਿਹੜੀ ਜਿਨ੍ਹਾਂ ਨੂੰ ਮਿਲੀ ਹੋਈ ਹੈ ਸਟੇਟ ਵੈਟਲੈਂਡ, ਤੇ ਇਸ ਤੋਂ ਇਲਾਵਾ ਅਦਰ ਵੈਟਲੈਂਡ ਜਿਨ੍ਹਾਂ ਨੂੰ ਕੋਈ ਇੰਪੋਰਟੈਂਟ ਤਾਂ ਨਹੀਂ ਮਿਲੀ ਹੋਈ ਪਰ ਉਹ ਆਪਣੇ ਵਾਸਤੇ ਬਹੁਤ ਹੀ ਮਹੱਤਵਪੂਰਨ ਨੇ। ਤਾਂ ਇਹ 4 ਕੈਟਾਗਰੀ ਦੀਆਂ ਸਾਰੀਆਂ ਆਪਾਂ ਅੱਜ ਕਵਰ ਕਰ ਲਾਂਗੇ। ਠੀਕ ਹੈ ਜੀ, ਫਿਰ ਅਗਲੀ ਵਿੱਚ ਆਪਾਂ ਪੜਾਂਗੇ ਵਾਈਲਡ ਲਾਈਫ ਸੈਂਚੁਰੀਜ਼, ਕੰਜ਼ਰਵੇਸ਼ਨ ਤੇ ਕਮਿਊਨਿਟੀ ਰਿਜ਼ਰਵ। ਠੀਕ ਹੈ ਜੀ, ਤਾਂ ਵੈਟਲੈਂਡ ਨੂੰ ਆਪਾਂ ਬਹੁਤ ਧਿਆਨ ਨਾਲ ਪੜ ਰਹੇ ਹਾਂ। ਆਈ ਹੋਪ ਤੁਹਾਨੂੰ ਸਮਝ ਵੀ ਆ ਰਿਹਾ ਹੋਊਗਾ। ਬਾਈਲੈਂਗੁਅਲ ਆਪਣਾ ਸਾਰਾ ਕੰਟੈਂਟ ਹੈਗਾ ਰਾਜੇ, ਇਹਨੂੰ ਇੱਕ ਵਾਰੀ ਨਿਗਾਹ ਮਾਰ ਲਿਓ। ਹੁਣ ਆਪਾਂ ਸ਼ੁਰੂ ਕਰਦੇ ਹਾਂ ਪੰਜਾਬ ਦੀਆਂ 6 ਜਿਹੜੀਆਂ ਪੜ੍ਹਨੀਆਂ ਨੇ। ਆਪਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰੀਕਾ ਵੈਟਲੈਂਡ। ਤੇ ਇਹ ਵੀ ਯਾਦ ਰੱਖ ਲਿਓ ਹਰੀਕੇ ਵੈਟਲੈਂਡ ਬਾਰੇ ਜ਼ਿਆਦਾ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ। ਇਹ ਪੰਜਾਬ ਦੀ ਪਹਿਲੀ ਰਾਮਸਰ ਸਾਈਟ ਬਣੀ ਸੀਗੀ। ਠੀਕ ਹੈ ਜੀ, ਇਹ ਵੀ ਯਾਦ ਰੱਖ ਲਿਓ। ਹੁਣ ਹਰੀਕਾ ਵੈਟਲੈਂਡ ਬਣਦੀ ਕਿੱਥੇ ਆ? ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ 2 ਦਰਿਆਵਾਂ ਦਾ ਸੰਗਮ ਹੁੰਦਾ, 2 ਦਰਿਆਵਾਂ ਦਾ ਮੇਲ ਹੁੰਦਾ, ਬਿਆਸ ਤੇ ਸਤਲੁਜ ਦਾ। ਕਿੱਥੇ ਹੁੰਦਾ? ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੁੰਦਾ। ਉਹਨੂੰ ਕਹਿ ਦਿੰਦੇ ਆ ਹਰੀਕਾ ਵੈਟਲੈਂਡ। ਪਰ ਹੁਣ ਐਗਜ਼ਾਮੀਨਰ ਬੜਾ ਚਲਾਕ ਹੋ ਗਿਆ, ਹੈ ਤਾਂ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹੈ ਪਰ ਫਿਰ ਵੀ ਇਹ 3 ਸ਼ਹਿਰਾਂ ਨੂੰ ਕਵਰ ਕਰਦੀ ਹੈ ਵੈਟਲੈਂਡ। ਤਿੰਨੇ ਸ਼ਹਿਰਾਂ ਦੇ ਨਾਮ ਯਾਦ ਰੱਖ ਲਿਓ। ਤਰਨਤਾਰਨ ਤਾਂ ਹੋ ਹੀ ਗਿਆ। ਦੇਖੋ ਕਿਹੜੇ ਕਿਹੜੇ ਸ਼ਹਿਰ ਨੂੰ ਕਵਰ ਕਰਦੀ ਹੈ ਇਹ? ਤਰਨਤਾਰਨ। ਹੋ ਸਕਦਾ ਵੀ ਤੁਹਾਨੂੰ, ਠੀਕ ਹੈ ਜੀ, ਹੋ ਸਕਦਾ ਤੁਹਾਨੂੰ ਇਹ ਐਂ ਪੁੱਛ ਲਵੇ ਵੀ ਇਹ ਲਿਖਿਆ ਵਿੱਚੋਂ ਕਿਹੜਾ ਸ਼ਹਿਰ ਹੈਗਾ ਜਿਹੜਾ ਹਰੀਕਾ ਵੈਟਲੈਂਡ ਨੂੰ ਕਵਰ ਨਹੀਂ ਕਰਦਾ, ਤਾਂ ਉੱਥੇ ਪੰਗਾ ਪੈ ਜਾਊਗਾ। ਤਰਨਤਾਰਨ ਸ਼ਹਿਰ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਠੀਕ ਹੈ, ਫਿਰੋਜ਼ਪੁਰ ਹੋ ਗਿਆ ਤੇ ਕਪੂਰਥਲਾ। ਇਹ ਤਿੰਨੇ ਜਿਹੜੇ ਸ਼ਹਿਰ ਹੈਗੇ ਆ ਇਹ ਇਹਦੇ ਨਾਲ ਲੱਗਦੇ ਆ। ਠੀਕ ਹੈ, ਪਿੱਛੇ ਜੇ ਕੀ ਹੋਇਆ ਵੀ ਇੱਕ ਵਾਰੀ ਇਹਨਾਂ ਨੂੰ ਕੁਐਸਚਨ ਪਾਤਾ ਵੀ ਹਰੀਕਾ ਵੈਟਲੈਂਡ ਕਿਹੜੇ ਜ਼ਿਲ੍ਹੇ 'ਚ ਪੈਂਦੀ ਹੈ, ਉੱਥੇ ਆਪਸ਼ਨ ਦੇ ਵਿੱਚ ਤਰਨਤਾਰਨ ਤਾਂ ਹੈ ਨਹੀਂ ਸੀ, ਫਿਰੋਜ਼ਪੁਰ ਸੀਗਾ। ਬੱਚੇ ਛੱਡ ਕੇ ਆ ਗਏ ਕੁਐਸਚਨ, ਵੀ ਕੁਐਸਚਨ ਹੀ ਗਲਤ ਆ ਗਿਆ। ਨਹੀਂ, ਤਿੰਨੇ ਸ਼ਹਿਰਾਂ ਨੂੰ ਕਵਰ ਕਰਦੀ ਆ। ਪਰ ਜੇ ਆਪਾਂ ਐਗਜ਼ੈਕਟ ਦੇਖਣਾ ਹੋਵੇ ਤਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ ਹਰੀਕਾ ਵੈਟਲੈਂਡ। ਇਹ ਇੱਕ ਮੈਨਮੇਡ ਹੈ। ਠੀਕ ਹੈ ਜੀ, ਇਹ ਇੱਕ ਮੈਨਮੇਡ ਫਰੈਸ਼ ਵਾਟਰ ਵੈਟਲੈਂਡ ਹੈ। ਠੀਕ ਹੈ ਜੀ, ਫਰੈਸ਼ ਵਾਟਰ ਵੈਟਲੈਂਡ। ਫਰੈਸ਼ ਵਾਟਰ ਕਿਹੜਾ ਹੁੰਦਾ? ਨਦੀਆਂ ਦਾ ਪਾਣੀ ਹਮੇਸ਼ਾ, ਦਰਿਆਵਾਂ ਦਾ ਪਾਣੀ ਹਮੇਸ਼ਾ ਫਰੈਸ਼ ਵਾਟਰ ਹੁੰਦਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਹੋਰ ਹਰੀਕਾ ਵੈਟਲੈਂਡ ਬਾਰੇ ਪੜ੍ਹਨ ਦੀ ਕੀ ਜ਼ਰੂਰਤ ਹੈ? ਪਹਿਲਾਂ ਤਾਂ ਇਹ ਪੜ੍ਹਨਾ ਵੀ ਜੇ ਇਹ ਹੋਂਦ ਦੇ ਵਿੱਚ ਕਦੋਂ ਆਈ ਹੈ। ਦੇਖੋ ਹੋਂਦ ਜਿਹੜੀ ਮੈਨਮੇਡ ਹੋਊਗੀ ਉਹ ਤਾਂ ਆਪਾਂ ਖੁਦ ਬਣਾਈ ਹੋਊਗੀ, ਤੇ ਆਪਾਂ ਬਣਾਵਾਂਗੇ ਕਿਵੇਂ ਤੁਹਾਨੂੰ ਮੈਂ ਦਿਖਾਉਣਾ। ਦੇਖੋ ਇਹ GPS ਤੋਂ ਲਈ ਗਈ ਫੋਟੋ ਹੈ। ਠੀਕ ਹੈ ਜੀ, ਮੰਨ ਲਓ ਆ ਆਪਣਾ ਸਤਲੁਜ ਦਰਿਆ ਆ ਰਿਹਾ। ਠੀਕ ਹੈ, ਸਤਲੁਜ ਦਰਿਆ ਆ ਰਿਹਾ, ਇਧਰੋਂ ਆਪਾਂ ਪੂਰਾ ਬਿਆਸ ਆ ਰਿਹਾ ਆਪਣਾ। ਠੀਕ ਹੈ ਜੀ, ਇਹ ਸਤਲੁਜ ਤੇ ਬਿਆਸ ਇੱਥੇ ਆ ਕੇ ਮਿਲ ਗਏ ਤਾਂ ਸਿੰਗਲ ਬਣ ਗਏ। ਆਪਾਂ ਫਿਰ ਅੱਗੇ ਕੀ ਬਣਾਤਾ? ਇੱਕ ਬੈਰੇਜ ਬਣਾਤਾ। ਬੈਰੇਜ ਦਾ ਮਤਲਬ ਡੈਮ ਨਹੀਂ ਹੁੰਦਾ, ਡੈਮ ਦਾ ਛੋਟਾ ਰੂਪ ਕਹਿ ਲਓ। ਇੱਕ ਬੰਨ ਮਾਰ ਲਿਆ। ਬੰਨ ਮਾਰ ਕੇ ਆਪਾਂ ਪਾਣੀ ਨੂੰ ਕੀ ਕਰ ਲੈਂਦੇ ਆ? ਪਿੱਛੇ ਕੰਟਰੋਲ ਕਰ ਲੈਂਦੇ ਆ, ਤੇ ਉਹਦੇ ਨਾਲ ਹੀ ਜਿਹੜਾ ਪਾਣੀ ਜਮਾ ਹੋ ਜਾਂਦਾ ਰਾਜੇ, ਉਹ ਕੀ ਬਣ ਜਾਂਦਾ? ਵੈਟਲੈਂਡ ਬਣ ਜਾਂਦਾ। ਹੁਣ ਇਹ ਵੈਟਲੈਂਡ ਬਣਨ ਦੇ ਕਾਰਨ ਹੀ ਇੱਥੇ ਵਾਈਲਡ ਲਾਈਫ ਸੈਂਚੁਰੀ ਵੀ ਬਣੀ ਹੋਈ ਹੈ, ਬਰਡਸ ਵੀ ਆਉਂਦੇ ਆ। ਕਿਉਂਕਿ ਬਰਡਸ ਕਿੱਥੇ ਆਉਣਗੇ? ਜਿੱਥੇ ਨੈਚੁਰਲੀ ਉਹਨਾਂ ਨੂੰ ਪੀਣ ਵਾਸਤੇ ਪਾਣੀ ਵੀ ਮਿਲੂਗਾ, ਤੇ ਪਾਣੀ ਦੇ ਇਰਦ ਗਿਰਦ ਕੀ ਹੋਊਗੀ? ਬਨਸਪਤੀ ਵੀ ਬਹੁਤ ਅੱਛੀ ਹੋਊਗੀ। ਤਾਂ ਇਹ ਵੈਟਲੈਂਡ ਆਪਾਂ ਮੈਨਮੇਡ ਬਣਾਈ ਗਈ ਹੈ। ਕਦੋਂ ਬਣਾਈ ਗਈ ਹੈ? ਹੁਣ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਇਹ ਹੋਂਦ ਦੇ ਵਿੱਚ ਆਈ ਸੀਗੀ 1953 ਦੇ ਵਿੱਚ। ਕਿਵੇਂ ਆਈ ਹੈ ਹੋਂਦ ਦੇ ਵਿੱਚ?
ਆਪਾਂ ਕੀ ਕੀਤਾ, ਇੱਕ ਬੈਰੇਜ ਬਣਾਇਆ, ਬੈਰੇਜ ਕੰਸਟਰਕਟ ਕੀਤਾ। ਕਿੱਥੇ ਕੀਤਾ, ਜਿੱਥੇ ਬਿਆਸ ਤੇ ਸਤਲੁਜ ਕਿੱਥੇ ਮਿਲਦੇ ਆ, ਤਾਂ ਕਿੱਥੇ ਮਿਲਦੇ ਆ, ਤਰਨਤਾਰਨ ਦੇ ਵਿੱਚ ਮਿਲਦੇ ਆ। ਕਲੀਅਰ ਹੋ ਗਈ ਗੱਲ, ਪੁਆਇੰਟ ਟੂ ਪੁਆਇੰਟ ਲਿਖਿਆ ਹੋਇਆ, ਇਹ ਤਾਂ ਘੱਟੋ ਘੱਟ ਪੜ੍ਹਨਾ ਤੁਸੀਂ। ਇਸ ਤੋਂ ਬਾਅਦ ਹੁਣ ਗੱਲ ਆ ਜਾਂਦੀ ਆ ਵੀ ਇਹਨੂੰ ਇੰਟਰਨੈਸ਼ਨਲੀ ਇੰਪੋਰਟੈਂਸ ਕਦੋਂ ਮਿਲੀ ਆ, ਜਾਂ ਇਹਨੂੰ ਰਾਮਸਰ ਸਾਈਟ ਕਦੋਂ ਡਿਕਲੇਅਰ ਕੀਤਾ ਗਿਆ। ਤਾਂ ਇਹਨੂੰ ਡਿਕਲੇਅਰ ਕੀਤਾ ਗਿਆ 23 ਮਾਰਚ 1990 ਨੂੰ। ਇਹ ਡੇਟ ਯਾਦ ਰੱਖਣੀ ਆ, 23 ਮਾਰਚ 1990 ਨੂੰ ਇਹਨੂੰ ਡਿਕਲੇਅਰ ਕੀਤਾ ਗਿਆ ਐਜ਼ ਏ ਰਾਮਸਰ ਸਾਈਟ। ਠੀਕ ਹੈ ਜੀ। ਕੀਤਾ ਕਿਹਨੇ ਹੈ, ਇੱਕ ਬੋਡੀ ਹੈ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ UNDP, ਇਹਨਾਂ ਨੇ ਇਹਨੂੰ ਕੀ ਡਿਕਲੇਅਰ ਕੀਤਾ, ਐਜ਼ ਏ ਰਾਮਸਰ ਸਾਈਟ। ਠੀਕ ਹੈ ਜੀ। ਅੱਗੇ ਗੱਲ ਕਰਦੇ ਆ ਤੁਹਾਨੂੰ ਮੈਂ ਪੜ੍ਹਾਤਾ ਵੀ ਬਣਾਈ ਕਿਵੇਂ ਆ, ਸਭ ਕੁਝ ਸਮਝਾਤਾ। ਹਰੀਕੇ ਵੈਟਲੈਂਡ ਕਿਹੜੇ ਕਿਹੜੇ ਜ਼ਿਲ੍ਹੇ ਕਵਰ ਕਰਦੀ ਹੈ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰੂੰਗਾ ਇਸੇ ਦੇ ਵਿੱਚ ਅਗਲੇ, ਵੈਸੇ ਤਾਂ ਮੈਂ ਅੱਗੇ ਜਾ ਕੇ ਪੜਾਉਂਗਾ ਜਦੋਂ ਆਪਾਂ ਕੱਲ ਪੜਾਂਗੇ ਵਾਈਲਡ ਲਾਈਫ ਸੈਂਚੁਰੀ, ਪਰ ਮੈਂ ਨਾਲ ਦੀ ਨਾਲ ਦੱਸ ਦਿੰਦਾ ਇਹਦੇ ਨਾਲ ਹੀ ਇੱਕ ਹਰੀਕਾ ਵੈਟਲੈਂਡ ਦੇ ਨਾਲ ਹੀ ਬਣਾਇਆ ਗਿਆ ਇੱਕ ਵਾਈਲਡ ਲਾਈਫ ਸੈਂਚੁਰੀ। ਤਾਂ ਹਰੀਕਾ ਵੈਟਲੈਂਡ ਨੂੰ ਐਜ਼ ਏ ਵਾਈਲਡ ਲਾਈਫ ਸੈਂਚੁਰੀ ਕਦੋਂ ਘੋਸ਼ਿਤ ਕੀਤਾ ਗਿਆ, 1982 ਦੇ ਵਿੱਚ ਘੋਸ਼ਿਤ ਕੀਤਾ ਗਿਆ। ਠੀਕ ਹੈ ਜੀ। ਤਾਂ ਇਹ ਵੀ ਯਾਦ ਰੱਖਣਾ, ਇਹ ਵੀ ਇੰਪੋਰਟੈਂਟ ਫੈਕਟ ਹੈ ਤੁਹਾਡਾ। ਓਕੇ ਹੈ ਜੀ। ਅੱਗੇ ਗੱਲ ਕਰਦੇ ਆ। ਤਾਂ ਪਹਿਲੀ ਆਪਣੀ ਕਲੀਅਰ ਹੋ ਗਈ। ਹੁਣ ਆ ਗਈ ਹੈ ਜੀ ਸਭ ਤੋਂ ਮਹੱਤਵਪੂਰਨ ਕਾਂਜਲੀ ਵੈਟਲੈਂਡ। ਇਹ ਮਹੱਤਵਪੂਰਨ ਕਿਉਂ ਆ, ਵੈਸੇ ਤਾਂ 6 ਦੀਆਂ 6 ਮਹੱਤਵਪੂਰਨ ਨੇ। ਇਹ ਮੈਂ ਕਿਉਂ ਕਹਿ ਰਿਹਾ, ਕਿਉਂਕਿ ਪਿੱਛੇ ਜੇ PCS ਚ ਵੀ ਡਾਇਰੈਕਟ ਪੁੱਛ ਲਿਆ ਤੇ PSSS ਬੋਰਡ ਦਾ ਫੇਵਰਟ ਕੁਐਸਚਨ ਹੈ ਵੀ ਕਾਂਜਲੀ ਵੈਟਲੈਂਡ ਕਿਹੜੇ ਜ਼ਿਲ੍ਹੇ ਚ ਪੈਂਦੀ ਹੈ, ਤੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ। ਤਾਂ ਪਹਿਲੀ ਗੱਲ ਇਹ ਯਾਦ ਰੱਖਣਾ, ਇਹ ਕਪੂਰਥਲੇ ਜ਼ਿਲ੍ਹੇ ਚ ਪੈਂਦੀ ਹੈ, ਪੰਜਾਬ ਦਾ ਕਪੂਰਥਲਾ ਜ਼ਿਲ੍ਹਾ। ਠੀਕ ਹੈ ਜੀ, ਉਹਦੇ ਵਿੱਚ ਪੈਂਦੀ ਹੈ। ਠੀਕ ਹੈ ਜੀ। ਇਹ ਕੀ ਹੈ, ਇੱਕ ਫਰੈਸ਼ ਵਾਟਰ ਵੈਟਲੈਂਡ ਹੈ, ਮੈਨਮੇਡ ਹੈ। ਤੇ ਇਹਨੂੰ ਬਣਾਇਆ ਕਦੋਂ ਗਿਆ ਸੀ, 1870। ਹੁਣ ਇਹ ਨਾ ਕਹੋ ਸਰ 1970 ਨਾ ਹੋਵੇ ਕਿਤੇ, 1870 ਹੀ ਆ ਭਾਈ। ਹੁਣ ਇਹਦੇ ਨਾਲ ਜਿਹੜੀ ਬਿਆਸ ਦੀ ਸਹਾਇਕ ਨਦੀ ਹੈ ਨਾ, ਬੇਈ, ਕਾਲੀ ਬੇਈ, ਜਿਹਦਾ ਕਾਫੀ ਚਰਚਾ ਚ ਰਹੀ ਹੈ ਤੇ ਆਪਣੇ ਇਤਿਹਾਸਿਕ ਤੌਰ ਤੇ ਵੀ ਗੁਰੂ ਨਾਨਕ ਸਾਹਿਬ ਜੀ ਨਾਲ ਰਿਲੇਟਡ ਹੈ। ਤੇ ਪਿੱਛੇ ਮਾਨ ਸਾਹਿਬ ਨੇ ਵੀ ਜਾ ਕੇ ਉੱਥੇ ਪਾਣੀ ਦਾ ਗਲਾਸ ਪੀਤਾ ਸੀਗਾ, ਜਿਹੜੀ ਕਾਫੀ ਚਰਚਾ ਚ ਰਹੇ ਆ ਮਾਨ ਸਾਹਿਬ ਉਸ ਕਰਕੇ। ਤਾਂ ਕਾਲੀ ਬੇਈ ਜਿਹੜੀ ਨਦੀ ਹੈਗੀ ਆ, ਸੀਚੇਵਾਲ ਜੀ ਕਰਕੇ, ਸੰਤ ਸੀਚੇਵਾਲ ਜੀ ਕਰਕੇ ਹੀ ਦੁਆਰਾ ਜਾਨੀ ਕਿ ਸੰਭਵ ਹੋਇਆ ਵੀ ਉਹਦਾ ਪਾਣੀ ਸਾਫ਼ ਸੁਥਰਾ ਕੀਤਾ ਗਿਆ। ਤਾਂ ਕਹਿਣ ਦਾ ਭਾਵ ਕੀ ਹੈਗਾ ਵੀ ਇਹ ਬਣਾਈ ਕਿੱਥੇ ਗਈ ਹੈ, ਇਹ ਕਹਿੰਦਾ ਜੀ ਕੰਸਟਰਕਟ ਕੀਤਾ ਗਿਆ ਬੈਰੇਜ ਕਿੱਥੇ ਕੰਸਟਰਕਟ ਕੀਤਾ ਗਿਆ, ਬੇਈ ਨਦੀ ਦੇ ਉੱਪਰ। ਠੀਕ ਹੈ ਜੀ। ਤੇ ਬੇਈ ਨਦੀ ਕਿਹੜੀ ਹੈ, ਕਾਲੀ ਬੇਈ ਕਿਹਦੀ ਟ੍ਰਿਬਿਊਟਰੀ ਹੈ, ਇਹ ਬਿਆਸ ਦੀ ਟ੍ਰਿਬਿਊਟਰੀ ਹੈ। ਤੇ ਇਹ ਕੀਤਾ ਕਿਉਂ ਗਿਆ ਸੀਗਾ, ਇਰੀਗੇਸ਼ਨ ਵਾਸਤੇ ਵੀ ਆਪਾਂ ਸਿੰਚਾਈ ਕਰਵਾ ਸਕੀਏ। ਠੀਕ ਹੈ ਜੀ। ਕਲੀਅਰ ਹੈ। ਤੇ ਕਾਂਜਲੀ ਵੈਟਲੈਂਡ ਕਿੱਥੇ ਪੈਂਦੀ ਹੈ, ਕਪੂਰਥਲਾ ਜ਼ਿਲ੍ਹੇ ਚ ਪੈਂਦੀ ਹੈ, ਇਹ ਯਾਦ ਰੱਖ ਲਿਓ। ਹੁਣ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈਗੀ ਹੈ, ਹੁਣ ਪਹਿਲਾਂ ਤਾਂ ਆਪਾਂ ਗੱਲ ਕਰਦੇ ਵੀ ਇਹਨੂੰ ਨੈਸ਼ਨਲ ਇੰਪੋਰਟੈਂਟ ਕਦੋਂ ਮਿਲੀ ਹੈ। ਨੈਸ਼ਨਲ ਵੀ ਯਾਦ ਰੱਖਣੀ ਆ, ਤਾਂ ਇੰਟਰਨੈਸ਼ਨਲ ਤਾਂ ਚਲੋ ਯਾਦ ਰੱਖਣੀ ਹੈ। ਤਾਂ ਇਹਨੂੰ 1988 ਦੇ ਵਿੱਚ ਨੈਸ਼ਨਲ ਇੰਪੋਰਟੈਂਸ ਮਿਲੀ ਹੈ। ਅੱਛਾ, ਇੱਕ ਗੱਲ ਹੋਰ ਧਿਆਨ ਚ ਰੱਖਿਓ, ਕਦੇ ਇਹ ਨਾ ਦਿਮਾਗ ਚ ਰੱਖ ਲਿਓ ਵੀ ਪਹਿਲਾਂ ਸਟੇਟ ਇੰਪੋਰਟੈਂਟ ਮਿਲੇਗੀ, ਫਿਰ ਨੈਸ਼ਨਲ ਮਿਲੂਗੀ, ਫਿਰ ਇੰਟਰਨੈਸ਼ਨਲ ਮਿਲੂਗੀ। ਇਹ ਜ਼ਰੂਰੀ ਨਹੀਂ ਹੈਗਾ। ਡਾਇਰੈਕਟ ਇੰਟਰਨੈਸ਼ਨਲ ਵੀ ਮਿਲ ਸਕਦੀ ਹੈ, ਡਾਇਰੈਕਟ ਨੈਸ਼ਨਲ ਵੀ ਮਿਲ ਸਕਦੀ ਹੈ। ਚਲੋ ਸਟੇਟ ਦੀ ਤਾਂ ਮਿਲਣੀ ਹੈ। ਤਾਂ ਨੈਸ਼ਨਲ ਇਹਨੂੰ ਇੰਪੋਰਟੈਂਸ ਮਿਲੀ ਹੈ 1988 ਦੇ ਵਿੱਚ। ਪਰ ਨਾਲ ਦੀ ਨਾਲ ਜੇ ਮੈਂ ਰਾਮਸਰ ਦੀ ਗੱਲ ਕਰਾਂ, ਰਾਮਸਰ ਸਾਈਟ ਕੋਲੋਂ ਡਿਕਲੇਅਰ ਕੀਤਾ ਗਿਆ ਇਹਨੂੰ 22 ਜਨਵਰੀ 2002 ਨੂੰ ਕੀਤਾ ਗਿਆ। ਠੀਕ ਹੈ ਜੀ। 22 ਜਨਵਰੀ 2002 ਨੂੰ 3 ਕੀਤੇ ਗਏ ਸੀ, ਤਿੰਨੇ ਪੜਾ ਦੂੰਗਾ ਮੈਂ। ਤਾਂ ਯਾਦ ਰੱਖਿਓ 22 ਜਨਵਰੀ 2002 ਨੂੰ ਇਹਨੂੰ ਕੀ ਕੀਤਾ ਗਿਆ, ਕਾਂਜਲੀ ਵੈਟਲੈਂਡ ਨੂੰ ਕੀ ਕੀਤਾ ਗਿਆ, ਰਾਮਸਰ ਸਾਈਟ ਦੀ ਕੈਟਾਗਰੀ ਵਿੱਚ ਪਾਇਆ ਗਿਆ। ਅੱਗੇ ਚੱਲਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਇਹ ਆਪਾਂ ਨੂੰ ਪਤਾ ਹੀ ਆ ਵੀ ਇਹ ਰਿਲੀਜੀਅਸ ਪੁਆਇੰਟ ਆਫ ਵਿਊ ਤੋਂ ਕਿੰਨੀ ਇੰਪੋਰਟੈਂਟ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨਾਲ ਰਿਲੇਟਡ ਹੈ। ਇਹ ਵੀ ਯਾਦ ਰੱਖ ਲਿਓ। ਨੈਕਸਟ ਚੱਲਦੇ ਆ ਜੀ, ਤੀਜੀ ਵੈਟਲੈਂਡ ਆ ਜਾਂਦੀ ਹੈ ਆਪਣੇ ਕੋਲੇ ਰੋਪੜ ਵੈਟਲੈਂਡ, ਜਿਹੜੀ ਕਿ ਕਾਫੀ ਮਹੱਤਵਪੂਰਨ ਹੈ। ਇਹ ਵੀ ਇੱਕ ਫਰੈਸ਼ ਵਾਟਰ ਮੈਨਮੇਡ ਵੈਟਲੈਂਡ ਹੈ। ਠੀਕ ਹੈ ਜੀ। ਤਾਂ ਹੁਣ ਇਹ ਜਿਹੜੀ ਬਣਾਈ ਗਈ ਸੀ, ਇਹ ਸਤਲੁਜ ਦਰਿਆ ਦੇ ਉੱਪਰ, ਤੁਹਾਨੂੰ ਪਤਾ ਵੀ ਪਿੱਛੇ ਸਤਲੁਜ ਦਰਿਆ ਆਉਂਦਾ ਨਾ ਭਾਖੜਾ ਤੋਂ ਅੱਗੇ ਫਿਰ ਉਹ ਰੋਪੜ ਚ ਆਉਂਦਾ। ਤਾਂ ਰੋਪੜ ਸ਼ਹਿਰ ਦੇ ਵਿੱਚ ਇਹ 1882 ਵਿੱਚ ਬਣਾਈ ਗਈ ਸੀ। ਸਤਲੁਜ ਦੇ ਉੱਪਰ ਇੱਕ ਬੰਨ ਮਾਰ ਕੇ, ਬੈਰੇਜ ਬਣਾ ਕੇ ਸਤਲੁਜ ਦਰਿਆ ਦੇ ਉੱਪਰ 1882 ਦੇ ਵਿੱਚ ਬਣਾਈ ਗਈ ਸੀ। ਠੀਕ ਹੈ ਜੀ। ਇਹ ਯਾਦ ਰੱਖ ਲਿਓ। ਹੁਣ ਅੱਗੇ ਗੱਲ, ਇਹ ਬਣਾਈ ਤਾਂ ਚਲੋ ਗਈ ਸੀਗੀ, ਇਸ ਤੋਂ ਬਾਅਦ ਇਹਨੂੰ ਨੈਸ਼ਨਲ ਇੰਪੋਰਟੈਂਸ ਕਦੋਂ ਮਿਲੀ ਹੈ, 1996 ਦੇ ਵਿੱਚ ਮਿਲੀ ਹੈ। ਤੇ ਰਾਮਸਰ ਸਾਈਟ ਮੈਂ ਤੁਹਾਨੂੰ ਦੱਸਿਆ ਵੀ 3 ਬਣਾਈਆਂ ਗਈਆਂ ਸੀ 2002 ਦੇ ਵਿੱਚ, ਤੇ ਇਹ ਦੂਜੀ ਹੈ। ਤਾਂ ਇਹਨੂੰ ਰਾਮਸਰ ਸਾਈਟ ਡਿਕਲੇਅਰ ਕੀਤਾ ਗਿਆ 22 ਜਨਵਰੀ 2002 ਨੂੰ। ਠੀਕ ਹੈ ਜੀ। ਕਾਂਜਲੀ ਨੂੰ ਵੀ ਕੀਤਾ ਗਿਆ ਸੀ, ਤਾਂ ਇਹਨੂੰ ਵੀ ਕੀਤਾ ਗਿਆ, ਇਹ ਯਾਦ ਰੱਖਣਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਅੱਛਾ, ਇਹਦੇ ਵਿੱਚ ਮਿਲਦਾ ਕੀ ਹੈ, ਇੱਕ ਹੋਰ ਗੱਲ ਬੜਾ ਧਿਆਨ ਵਾਲੀ ਗੱਲ ਹੈ। ਹੁਣ ਇਹਦੇ ਵਿੱਚ ਅਜਿਹਾ ਕੀ ਮਿਲਿਆ ਕਿ ਇਹਨੂੰ ਰਾਮਸਰ ਸਾਈਟਸ ਡਿਕਲੇਅਰ ਕੀਤਾ ਗਿਆ। ਇਹਦੇ ਵਿੱਚ ਠੀਕ ਹੈ ਜੀ, ਇਹਦੇ ਵਿੱਚ ਕਹਿੰਦੇ ਆ ਜੀ ਮਿਲਿਆ ਜਿਹੜੀ IUCN ਦੀ ਲਿਸਟ ਹੈ ਨਾ। ਠੀਕ ਹੈ ਜੀ। IUCN ਦੀ ਲਿਸਟ ਦੇ ਅਕੋਰਡਿੰਗ ਵੀ ਜਿਹੜੇ ਉਹਦੇ ਚ ਨਾ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਨੇ। ਰੈੱਡ ਲਿਸਟ ਦੇ ਵਿੱਚ ਜਿਹੜੀਆਂ ਪ੍ਰਜਾਤੀਆਂ ਜ਼ਿਆਦਾ ਅਲੋਪ ਹੋ ਰਹੀਆਂ ਨੇ, ਬਹੁਤ ਜ਼ਿਆਦਾ ਹਾਈ ਰਿਸਕ ਦੇ ਉੱਪਰ ਨੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਇੱਕ ਨਾ ਸਨੇਕ ਦੀ ਕੈਟਾਗਰੀ ਮਿਲੀ, ਜਿਹਨੂੰ ਆਪਾਂ ਕਹਿ ਦਿੰਦੇ ਆ ਪਾਈਥਨ ਮੋਲਰੂਸ। ਠੀਕ ਹੈ ਜੀ। ਇਹ ਘੱਟ ਰਿਸਕ ਦੀ ਵਾਲੀ ਸੀਗੀ। ਠੀਕ ਹੈ ਜੀ। ਤਾਂ ਇਹਦੇ ਨਾਲ ਹੀ ਇੱਕ ਕੱਛੂ ਮਿਲਿਆ। ਠੀਕ ਹੈ ਜੀ। ਕੱਛੂ ਗੁੰਮਾ ਜਿਹਨੂੰ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ,
ਉਹ ਕੱਛੂ ਕਿਹੜਾ ਸੀਗਾ? ਚਿਤਰਾ ਇੰਡੀਕਾ। ਠੀਕ ਹੈ ਜੀ, ਇਹ ਜਿਹੜੇ ਪਾਏ ਗਏ ਆ ਇਹ ਕਿਹੜੀ ਵੈਟਲੈਂਡ ਚ ਪਾਏ ਗਏ ਆ? ਰੋਪੜ ਵੈਟਲੈਂਡ ਚ ਪਾਏ ਗਏ ਆ, ਪੁੱਛਿਆ ਜਾ ਸਕਦਾ। ਤੇ ਇਹਨਾਂ ਕਰਕੇ ਹੀ ਇਹਨੂੰ ਕੀ ਬਣਾਇਆ ਗਿਆ? ਰਾਮਸਰ ਸਾਈਟ ਡਿਕਲੇਅਰ ਕੀਤਾ ਗਿਆ। ਠੀਕ ਹੈ ਜੀ, ਇਹ ਰੋਪੜ ਦੇ ਵਿੱਚ ਪੈਂਦੀ ਹੈ। ਅੱਗੇ ਚੱਲਦੇ ਹਾਂ ਜੀ ਆਪਾਂ। ਨੈਕਸਟ ਆ ਗਿਆ ਜੀ ਆਪਣਾ ਬਿਆਸ ਕੰਜ਼ਰਵੇਸ਼ਨ ਰਿਜ਼ਰਵ। ਹੁਣ ਕੰਜ਼ਰਵੇਸ਼ਨ ਰਿਜ਼ਰਵ ਤੁਹਾਨੂੰ ਮੈਂ ਦੱਸਤਾ ਵੀ ਵਾਈਲਡ ਲਾਈਫ ਸੈਂਚੁਰੀ ਦੇ ਜਿਹੜੇ ਨਾਲ ਲੱਗਦਾ ਏਰੀਆ ਹੈਗਾ, ਗਵਰਨਮੈਂਟ ਦੀ ਜ਼ਮੀਨ ਹੋਊਗੀ ਉਹ, ਤੇ ਉਹਦੇ ਵਿੱਚ ਕੀ ਹੋਊਗੀ? ਪ੍ਰੋਟੈਕਸ਼ਨ ਵਾਸਤੇ ਕੀ ਕੀਤਾ ਜਾਂਦਾ? ਉਹਨੂੰ ਰਿਜ਼ਰਵ ਕੀਤਾ ਜਾਂਦਾ। ਠੀਕ ਹੈ, ਜੰਗਲੀ ਜੀਵਾਂ ਦੀ ਸੰਭਾਲ ਵਾਸਤੇ। ਤਾਂ ਇਹ ਚੌਥਾ ਇਹ ਆ ਗਿਆ ਜੀ ਰਾਮਸਰ। ਅੱਜ ਮੈਂ ਸਾਰੀਆਂ ਤੁਹਾਨੂੰ ਵੈਟਲੈਂਡ ਪਲੱਸ ਰਾਮਸਰ ਕਨਵੈਨਸ਼ਨ ਪੜ੍ਹਾ ਰਿਹਾ। ਤਾਂ ਇਹ ਚੌਥੀ ਆਪਣੀ ਆ ਗਈ ਹੈ ਰਾਮਸਰ ਸਾਈਟਸ ਦੇ ਅੰਡਰ ਦਾ ਬਿਆਸ ਕੰਜ਼ਰਵੇਸ਼ਨ ਰਿਜ਼ਰਵ। ਇਹ ਕਵਰ ਕਰਦਾ ਲਗਭਗ 185 ਕਿਲੋਮੀਟਰ ਏਰੀਆ ਬਿਆਸ ਦਰਿਆ ਦੇ ਨਾਲ ਲੱਗਦਾ। ਠੀਕ ਹੈ ਜੀ, ਤਾਂ ਇਹਨੂੰ 2017 ਦੇ ਵਿੱਚ ਗਵਰਨਮੈਂਟ, ਪੰਜਾਬ ਗਵਰਨਮੈਂਟ ਨੇ ਡਿਕਲੇਅਰ ਕੀਤਾ ਸੀਗਾ ਕੰਜ਼ਰਵੇਸ਼ਨ ਰਿਜ਼ਰਵ। ਪਹਿਲਾਂ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ, ਸਟੇਟ ਲੈਵਲ ਤੇ। ਸਟੇਟ ਲੈਵਲ ਤੇ 2017 ਦੇ ਵਿੱਚ ਕੀਤਾ ਗਿਆ। ਠੀਕ ਹੈ ਜੀ, ਫਿਰ ਆਪਾਂ ਗੱਲ ਕਰਦੇ ਹਾਂ ਵੀ 26 ਸਤੰਬਰ 2019 ਨੂੰ ਇਹਨੂੰ ਡਿਕਲੇਅਰ ਕੀਤਾ ਗਿਆ ਐਜ਼ ਏ ਰਾਮਸਰ ਸਾਈਟ। ਠੀਕ ਹੈ ਜੀ, ਇੰਟਰਨੈਸ਼ਨਲ ਇੰਪੋਰਟੈਂਟ ਕਦੋਂ ਮਿਲੀ ਹੈ? 26 ਸਤੰਬਰ 2019 ਨੂੰ ਮਿਲੀ ਹੈ। ਠੀਕ ਹੈ, ਹੁਣ ਤੁਹਾਨੂੰ ਪਤਾ ਵੀ ਬਿਆਸ ਦੇ ਵਿੱਚ 2019 ਦੇ ਵਿੱਚ ਜਦੋਂ ਨਵਜੋਤ ਸਿੱਧੂ ਹੁੰਦਾ ਸੀਗਾ ਤੇ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀਗਾ, ਤੇ ਪੰਜਾਬ ਸਟੇਟ ਦਾ ਇਕਵੈਟਿਕ ਐਨੀਮਲ ਵੀ ਉਦੋਂ ਡਿਕਲੇਅਰ ਕੀਤਾ ਗਿਆ। ਇਹਦੇ ਵਿੱਚ ਕੀ ਮਿਲੀ ਸੀਗੀ? ਇੰਡਸ ਰਿਵਰ ਡੋਲਫਿਨ ਮਿਲੀ ਸੀਗੀ। ਠੀਕ ਹੈ ਜੀ, ਤਾਂ ਇਕੱਲੀ ਇਕਲੌਤਾ ਦਰਿਆ ਹੈ ਪੰਜਾਬ ਦਾ ਜਿਹਦੇ ਵਿੱਚ ਡੋਲਫਿਨ ਪਾਈ ਜਾਂਦੀ ਹੈ, ਜਿਹਦਾ ਕੀ ਸਾਇੰਟੀਫਿਕ ਨੇਮ ਹੈਗਾ ਪੈਲੇਟਸਾ ਗੈਂਗਟਿਕਾ ਮਾਈਨਰ। ਇਹਦਾ ਸਾਇੰਟੀਫਿਕ ਨਾਮ ਹੈਗਾ, ਪੁੱਠਾ ਜਿਹਾ ਹੁੰਦਾ, ਯਾਦ ਰੱਖ ਲਿਓ। ਤਾਂ ਇੰਡਸ ਰਿਵਰ ਡੋਲਫਿਨ ਇਹਦੇ ਵਿੱਚ ਪਾਈ ਗਈ ਸੀ ਇਸ ਕੰਜ਼ਰਵੇਸ਼ਨ ਰਿਜ਼ਰਵ ਦੇ ਵਿੱਚ, ਯਾਨੀ ਕਿ ਬਿਆਸ ਦਰਿਆ ਦੇ ਵਿੱਚ। ਅੱਗੇ ਇਸ ਤੋਂ ਇਲਾਵਾ 500 ਹੋਰ ਜਿਹੜੀਆਂ ਪ੍ਰਜਾਤੀਆਂ ਹੈਗੀਆਂ ਨੇ, ਠੀਕ ਹੈ, ਬਰਡਸ ਦੀਆਂ ਤੇ ਫਿਸ਼ਸ ਦੀਆਂ 90 ਜਿਹੜੀਆਂ ਪ੍ਰਜਾਤੀਆਂ ਹੈਗੀਆਂ ਨੇ ਇਹਦੇ ਵਿੱਚ ਪਾਈਆਂ ਜਾਂਦੀਆਂ। ਤਾਂ ਇਸੇ ਕਰਕੇ ਇਹਨੂੰ ਕੀ ਕੀਤਾ ਗਿਆ? ਰਿਜ਼ਰਵ ਕੀਤਾ ਗਿਆ। ਨੈਕਸਟ ਚੱਲਦੇ ਆ ਜੀ ਹੁਣ। ਅੱਛਾ, ਇੱਕ ਹੋਰ ਚੀਜ਼ ਹੈ ਇਹਦੇ ਵਿੱਚ ਇੰਪੋਰਟੈਂਟ, ਅਗਰ ਯਾਦ ਰੱਖਣੀ ਰੱਖ ਸਕਦੇ ਹੋ। ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਪਾਈ ਗਈ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਘੜਿਆਲ। ਠੀਕ ਹੈ ਜੀ, ਘੜਿਆਲ ਜਿਹੜਾ ਕਿ ਜ਼ਿਆਦਾ ਦੇਰ ਸੁੱਤਾ ਹੀ ਰਹਿੰਦਾ, ਲੰਬੇ ਸੌਣ ਵਾਲੇ ਘੜਿਆਲ, ਜਿਹਦਾ ਨਾਮ ਕੀ ਹੈ ਜੀ? ਗੈਵੀਅਲਸ ਗੈਂਗਟਿਕਸ। ਠੀਕ ਹੈ ਜੀ, ਇਹਦਾ ਪੂਰਾ ਨਾਮ ਹੈ, ਯਾਨੀ ਕਿ ਸਾਇੰਟੀਫਿਕ ਨੇਮ। ਇਹ ਜਿਹੜਾ ਘੜਿਆਲ ਪਾਇਆ ਗਿਆ, ਕਹਿੰਦੇ ਇਹਦੇ ਅਲੋਪ ਹੋਣ ਤੋਂ 30 ਸਾਲ ਬਾਅਦ ਪਾਇਆ ਗਿਆ। ਹੁਣ ਜਿਵੇਂ ਮੰਨ ਲਓ ਡਾਇਨਾਸੌਰ ਅਲੋਪ ਹੋ ਗਏ ਤੇ ਆਪਾਂ ਕੱਲ ਨੂੰ ਕਿਤੇ ਡਾਇਨਾਸੌਰ ਰੋਪੜ 'ਚ ਦੇਖ ਲਈਏ ਤਾਂ ਕਿੰਨੀ ਹਾਹਾਕਾਰ ਮਚ ਜੂਗੀ। ਬਸ ਹੁਣ ਤੁਸੀਂ ਦੇਖ ਲਓ ਵੀ 30 ਸਾਲ ਬਾਅਦ ਪਾਇਆ ਗਿਆ। ਤਾਂ 30 ਸਾਲ ਬਾਅਦ ਆਪਣੇ ਅਲੋਪ ਹੋਣ ਤੋਂ ਬਾਅਦ ਇੱਥੇ ਪਾਇਆ ਗਿਆ ਘੜਿਆਲ। ਤਾਂ ਇਸੇ ਕਰਕੇ ਇਹ ਕੰਜ਼ਰਵੇਸ਼ਨ ਰਿਜ਼ਰਵ ਜਿਹੜਾ ਹੈਗਾ, ਠੀਕ ਹੈ ਜੀ, ਇਹਨੂੰ ਸਰਕਾਰ ਨੇ ਮਾਨਤਾ ਦਿੱਤੀ ਹੋਈ ਹੈ। ਅੱਗੇ ਚੱਲਦੇ ਆ ਜੀ ਇਹਦੇ ਵਿੱਚ। ਹੁਣ ਅਗਲੀ ਗੱਲ ਇਹਦੇ ਵਿੱਚ, ਠੀਕ ਹੈ ਜੀ, ਇਹ ਆਪਾਂ ਸਾਰਾ ਪੜ੍ਹ ਲਿਆ ਇੰਪੋਰਟੈਂਟ, ਤੇ ਨਾਲ ਆਪਾਂ ਇਹ ਵੀ ਪੜ੍ਹ ਲਿਆ ਵੀ ਇਹਨੂੰ ਰਾਮਸਰ ਸਾਈਟ ਕਦੋਂ ਡਿਕਲੇਅਰ ਕੀਤਾ ਗਿਆ। 5 ਨੰਬਰ ਪੜ੍ਹਦੇ ਆਪਾਂ ਕੇਸ਼ਵਪੁਰ ਮੈਨੀ ਕਮਿਊਨਿਟੀ ਰਿਜ਼ਰਵ। ਇਹ ਪਿਛਲਾ ਆਪਣਾ ਆਪਾਂ ਪੜ੍ਹਿਆ ਕੰਜ਼ਰਵੇਸ਼ਨ ਰਿਜ਼ਰਵ ਪੜ੍ਹਿਆ, ਤੇ ਹੁਣ ਆਪਾਂ ਪੜ੍ਹਦੇ ਹਾਂ ਕਮਿਊਨਿਟੀ ਰਿਜ਼ਰਵ। ਕੰਜ਼ਰਵੇਸ਼ਨ ਤੇ ਕਮਿਊਨਿਟੀ ਦੇ ਵਿੱਚ ਤੁਹਾਨੂੰ ਮੈਂ ਫਰਕ ਦੱਸਤਾ ਵੀ ਜਿਹੜਾ ਕੰਜ਼ਰਵੇਸ਼ਨ ਵਾਲਾ ਰਿਜ਼ਰਵ ਹੋਊਗਾ ਉਹਦੇ ਵਿੱਚ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਤੇ ਸਾਰੀ ਜਿਹੜੀ ਲੈਂਡ ਹੁੰਦੀ ਹੈ ਗਵਰਨਮੈਂਟ ਦੀ ਹੁੰਦੀ ਹੈ। ਕਮਿਊਨਿਟੀ ਦੇ ਵਿੱਚ ਸਰਕਾਰ ਲੋਕਾਂ ਦੀ ਸਹਿਮਤੀ ਲੈ ਕੇ ਜਿਹੜੀ ਪ੍ਰਾਈਵੇਟ ਜ਼ਮੀਨ ਹੁੰਦੀ ਹੈ ਉਹਨੂੰ ਆਪਣੇ ਅੰਦਰ ਕਰ ਲੈਂਦੀ ਹੈ ਤੇ ਉਹਦਾ ਖਰਚਾ ਪਾਣੀ ਲੋਕਾਂ ਨੂੰ ਦੇ ਦਿੰਦੀ ਹੈ ਜਿਨ੍ਹਾਂ ਦੀ ਜ਼ਮੀਨ ਉਹਦੇ ਵਿੱਚ ਆਉਂਦੀ ਹੈ। ਠੀਕ ਹੈ ਜੀ, ਬੇਸਿਕਲੀ ਉਹਦਾ ਮੋਟਿਵ ਵੀ ਇਹੀ ਹੁੰਦਾ, ਪ੍ਰੋਟੈਕਟ ਕਰਨਾ ਉੱਥੋਂ ਦੀ ਵਾਈਲਡ ਲਾਈਫ, ਜਿਹੜੀ ਲਾਈਫ ਐਨੀਮਲਸ ਹੁੰਦੇ ਆ। ਤਾਂ ਕਹਿੰਦਾ ਦਾ ਕਮਿਊਨਿਟੀ ਰਿਜ਼ਰਵ ਲਾਈਜ਼ ਇਨ ਦਾ ਡਿਸਟ੍ਰਿਕਟ ਗੁਰਦਾਸਪੁਰ ਐਟ ਦਾ ਡਿਸਟੈਂਸ ਆਫ 7 ਕਿਲੋਮੀਟਰ। ਬਸ ਆਹ ਯਾਦ ਰੱਖ ਲਿਓ ਵੀ ਇਹ ਗੁਰਦਾਸਪੁਰ ਜ਼ਿਲ੍ਹੇ 'ਚ ਪੈਂਦਾ। ਤਾਂ ਇਹ ਬੇਸਿਕਲੀ ਜਿਹੜਾ ਕੇਸ਼ਵਪੁਰ ਮੈਨੀ ਕਮਿਊਨਿਟੀ ਰਿਜ਼ਰਵ ਹੈਗਾ, ਇਹ ਕਹਿੰਦਾ ਜੀ ਰਾਵੀ ਤੇ ਬਿਆਸ ਦਰਿਆਵਾਂ ਦੇ ਪੁਰਾਣੇ ਹੜ੍ਹ ਵਾਲੇ ਮੈਦਾਨ ਦੇ ਇਲਾਕੇ ਨੇ, ਉੱਥੇ ਇਹ ਜਿਹੜਾ ਹੈਗਾ ਇਹ ਕਮਿਊਨਿਟੀ ਰਿਜ਼ਰਵ ਹੈਗਾ। ਇਹਨੂੰ ਡਿਕਲੇਅਰ ਕੀਤਾ ਗਿਆ ਸੀਗਾ ਕਮਿਊਨਿਟੀ ਰਿਜ਼ਰਵ 2007 ਦੇ ਵਿੱਚ। ਠੀਕ ਹੈ ਜੀ, ਤੇ ਇਸ ਤੋਂ ਇਲਾਵਾ ਇਹਨੂੰ ਰਾਮਸਰ ਸਾਈਟ ਕਦੋਂ ਡਿਕਲੇਅਰ ਕੀਤਾ ਗਿਆ? 26 ਸਤੰਬਰ 2019 ਨੂੰ। ਬਸ ਇਹ ਯਾਦ ਰੱਖ ਲਿਓ, ਇਹਨੂੰ 26 ਸਤੰਬਰ 2019 ਨੂੰ ਕੀ ਕੀਤਾ ਗਿਆ? ਡਿਕਲੇਅਰ ਐਜ਼ ਏ ਰਾਮਸਰ ਸਾਈਟ। ਪੈਂਦਾ ਕਿੱਥੇ ਆ? ਗੁਰਦਾਸਪੁਰ ਦੇ ਵਿੱਚ, ਇਹ ਯਾਦ ਰੱਖ ਲੈਣਾ। ਇਸ ਤੋਂ ਬਾਅਦ ਕਹਿੰਦਾ ਜੀ ਇਹਦੇ ਵਿੱਚ ਜਿਹੜੇ ਆਮ ਬਗਲਿਆਂ ਦੀ ਜਾਤੀਆਂ ਹੁੰਦੀਆਂ ਨੇ, ਸਾਰਸ ਤੇ ਕੋਮਨ ਕਰੇਨਸ, ਠੀਕ ਹੈ ਜੀ, ਇਹ ਜ਼ਿਆਦਾ ਇੱਥੇ ਪਾਏ ਜਾਂਦੇ ਆ। ਇਸ ਤੋਂ ਇਲਾਵਾ ਇੱਥੇ ਜੜੀ ਬੂਟੀਆਂ ਤੇ ਅਲੱਗ-ਅਲੱਗ ਜਿਹੜੇ ਦਰਖਤ ਹੈਗੇ ਉਹਨਾਂ ਦੀ ਕਿਸਮਾਂ ਵੀ ਪਾਈਆਂ ਜਾਂਦੀਆਂ। ਜਿਹੜੇ ਮਾਈਗ੍ਰੇਟ ਬਰਡਸ, ਜਿਹੜੇ ਕਿ ਪ੍ਰਵਾਸੀ ਪੰਛੀ ਵੀ ਇੱਥੇ ਆਉਂਦੇ ਆ, ਉਹਨਾਂ ਦਾ ਇੱਕ ਮੇਨ ਸਥਾਨ ਹੈ ਇਹ ਕੇਸ਼ਵਪੁਰ ਮੈਨੀ ਕਮਿਊਨਿਟੀ ਰਿਜ਼ਰਵ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਨੰਗਲ ਵੈਟਲੈਂਡ ਦੀ। ਤਾਂ ਨੰਗਲ ਵੈਟਲੈਂਡ ਆਪਾਂ ਨੂੰ ਪਤਾ ਵੀ ਇੱਕ ਤਾਂ ਉੱਥੇ ਭਾਖੜਾ ਡੈਮ ਬਣਿਆ ਹੋਇਆ ਜਿਹੜਾ ਕਿ ਦੂਜਾ ਹਾਈਐਸਟ ਡੈਮ ਹੈ ਇੰਡੀਆ ਦਾ। ਪਰ ਉਸੇ ਡੈਮ ਦੇ ਨਾਲ ਹੀ ਜੇ ਆਪਾਂ ਨੰਗਲ ਸ਼ਹਿਰ ਚ ਐਂਟਰ ਕਰਦੇ ਹਾਂ ਉੱਥੇ ਇੱਕ ਡੈਮ ਆਪਾਂ ਨੂੰ ਹੋਰ ਮਿਲਦਾ, ਜਿਹੜਾ ਨੰਗਲ ਡੈਮ, ਭਾਖੜਾ ਡੈਮ ਐਕਚੁਅਲ ਚ ਉਹ ਤਾਂ ਹਿਮਾਚਲ ਚ ਬਣਿਆ ਹੋਇਆ, ਪਰ ਜਿਹੜਾ ਛੋਟਾ ਬੈਰੇਜ ਆ ਜਾਨੀ ਕਿ ਛੋਟਾ ਬੰਨ ਮਾਰਿਆ ਹੋਇਆ ਉਹ ਆਪਾਂ ਐਗਜ਼ੈਕਟ ਨੰਗਲ ਸ਼ਹਿਰ ਦੇ ਵਿੱਚ ਮਾਰਿਆ ਹੋਇਆ। ਠੀਕ ਹੈ, ਉਹ ਕਾਹਦੇ ਵਾਸਤੇ? ਇਰੀਗੇਸ਼ਨ ਵਾਸਤੇ, ਪਾਣੀ ਨੂੰ ਰਿਜ਼ਰਵ ਕਰਨ ਵਾਸਤੇ। ਤਾਂ ਕਹਿੰਦਾ ਜੀ ਨੰਗਲ ਵੈਟਲੈਂਡ ਇਜ਼ ਏ ਹਿਊਮਨ ਮੇਡ ਰਿਜ਼ਰਵ ਹੈ, ਹਿਊਮਨ ਮੇਡ ਬਣਾਇਆ ਗਿਆ, ਇਨਸਾਨਾਂ ਦੁਆਰਾ ਬਣਾਇਆ ਗਿਆ। ਇਹ ਪ੍ਰੋਜੈਕਟ ਬਣਾਇਆ ਗਿਆ ਕਹਿੰਦਾ 1961 ਦੇ ਵਿੱਚ
ਬੇਸਿਕਲੀ ਕੀ ਆ ਕਹਿੰਦਾ ਜੀ ਜਿਹੜਾ ਭਾਖੜਾ ਡੈਮ ਹੈਗਾ ਉਹ ਤਾਂ ਸਤਲੁਜ ਦਰਿਆ ਤੇ ਬਣਾਇਆ ਹੀ ਗਿਆ, ਪਰ ਇਸ ਤੋਂ ਇਲਾਵਾ ਕਹਿੰਦਾ 13 ਕਿਲੋਮੀਟਰ ਡਾਊਨ ਸਟ੍ਰੀਮ ਜਾਈਏ ਤਾਂ ਭਾਖੜਾ ਡੈਮ ਦੇ ਥੱਲੇ ਜਾਈਏ ਤਾਂ ਉੱਥੇ ਇੱਕ ਛੋਟਾ ਜਿਹਾ ਬੰਨ ਹੋਰ ਮਾਰਿਆ ਗਿਆ। ਠੀਕ ਹੈ ਜੀ, ਇਹ ਨੰਗਲ ਦੇ ਵਿੱਚ ਪੈਂਦਾ ਤੇ ਉੱਥੇ ਕੀ ਕੀਤਾ ਗਿਆ ਕਹਿੰਦਾ ਮਤਲਬ ਜਿਹੜਾ ਉਹ ਬੰਨ ਤਾਂ ਮਾਰਿਆ ਜਾਂਦਾ ਵੀ ਜਿਹੜੇ ਹੜ੍ਹ ਹੁੰਦੇ ਉਹਨੂੰ ਕੰਟਰੋਲ ਕੀਤਾ ਜਾ ਸਕੇ, ਡੈਮ ਦਾ ਜਿਹੜਾ ਵਾਟਰ ਲੈਵਲ ਹੈਗਾ ਉਹਨੂੰ ਕੰਟਰੋਲ ਕਰਨ ਵਾਸਤੇ। ਤੇ ਜਿਹੜਾ ਉਹ ਬੰਨ ਮਾਰਿਆ ਗਿਆ ਉਸੇ ਬੰਨ ਕਰਕੇ ਜਿਹੜਾ ਪਿੱਛੇ ਰਿਜ਼ਰਵ ਬਣਿਆ ਹੋਇਆ ਪਾਣੀ ਦਾ, ਤਾਂ ਉੱਥੇ ਕੀ ਹੋ ਗਿਆ ਵੀ ਕਾਫੀ ਸਾਰੇ ਜਿਹੜੇ ਜੰਗਲੀ ਜੀਵ ਹੈਗੇ ਆ ਉਹ ਆਉਣੇ ਸ਼ੁਰੂ ਹੋ ਗਏ ਸੀ ਤੇ ਜੰਗਲੀ ਜੀਵਾਂ ਦਾ ਕੀ ਬਣ ਗਿਆ ਸੀ, ਉਹ ਘਰ ਬਣ ਗਿਆ ਸੀਗਾ। ਤਾਂ ਇਸੇ ਕਰਕੇ ਗਵਰਨਮੈਂਟ ਆਫ ਪੰਜਾਬ ਨੇ ਉਹਨੂੰ ਡਿਕਲੇਅਰ ਕਰਤਾ ਸੀਗਾ ਵਾਈਲਡ ਲਾਈਫ ਸੈਂਚੁਰੀ ਕਦੋਂ 2009 ਦੇ ਵਿੱਚ। ਠੀਕ ਹੈ, ਅੱਜ ਮੈਂ ਮਿਕਸ ਪੜ੍ਹਾ ਰਿਹਾ ਕਿਉਂਕਿ ਮੈਂ ਰਾਮਸਰ ਸਾਈਟਾਂ ਪੜ੍ਹਾ ਰਿਹਾ, ਤਾਂ ਰਾਮਸਰ ਸਾਈਟ ਦੇ ਵਿੱਚ ਵੈਟਲੈਂਡ ਵੀ ਆ ਜਾਂਦੀਆਂ, ਵਾਈਲਡ ਲਾਈਫ ਸੈਂਚੁਰੀ ਵੀ ਆ ਜਾਂਦੇ ਆ, ਕਮਿਊਨਿਟੀ ਰਿਜ਼ਰਵ ਵੀ ਆ ਜਾਂਦੇ ਆ, ਕੰਜ਼ਰਵੇਸ਼ਨ ਰਿਜ਼ਰਵ ਵੀ ਆ ਜਾਂਦੇ ਆ। ਤਾਂ 2009 ਦੇ ਵਿੱਚ ਇਹਨੂੰ ਵਾਈਲਡ ਲਾਈਫ ਸੈਂਚੁਰੀ ਘੋਸ਼ਿਤ ਕੀਤਾ ਗਿਆ। ਠੀਕ ਹੈ ਜੀ, ਬਾਕੀ ਇਹ ਯਾਦ ਰੱਖਣਾ ਰੱਖ ਸਕਦੇ ਹੋ ਤੁਸੀਂ। ਇਸ ਤੋਂ ਇਲਾਵਾ ਜਿਹੜੇ ਅਦਰ ਫੈਕਟ ਹੈਗੇ ਆ ਵੀ ਇੱਥੇ ਨਾ ਗੁਰਦੁਆਰਾ ਠੀਕ ਹੈ ਬਿਬੋਰ ਸਾਹਿਬ ਵੀ ਹੈਗਾ। ਠੀਕ ਹੈ, ਭਪੂਰ ਲਿਖਿਆ ਗਿਆ, ਬਿਬੋਰ ਸਾਹਿਬ ਵੀ ਹੈ। ਠੀਕ ਹੈ ਜੀ, ਜਿੱਥੇ ਗੁਰੂ ਸਾਹਿਬ ਜੀ ਨੇ ਚੁਪਈ ਸਾਹਿਬ ਤੇ ਤਹਿ ਪ੍ਰਸਾਦ ਸਵਈਏ ਵਗੈਰਾ ਦੀ ਰਚਨਾ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਤਾਂ 26 ਸਤੰਬਰ 2019 ਨੂੰ ਇਹਨੂੰ ਡਿਕਲੇਅਰ ਕੀਤਾ ਗਿਆ ਐਜ਼ ਏ ਰਾਮਸਰ ਸਾਈਟ। ਤੇ ਮੈਂ 6 ਦੇ 6 ਤੁਹਾਨੂੰ ਪੜ੍ਹਾਤੇ, ਹਰੀਕਾ ਵੈਟਲੈਂਡ, ਕਾਂਜਲੀ ਵੈਟਲੈਂਡ, ਰੋਪੜ ਵੈਟਲੈਂਡ, ਨੰਗਲ ਵੈਟਲੈਂਡ, ਕੇਸ਼ਵਪੁਰ ਮੈਨੀ ਕਮਿਊਨਿਟੀ ਰਿਜ਼ਰਵ। ਠੀਕ ਹੈ ਜੀ, ਤਾਂ ਇਸ ਤੋਂ ਇਲਾਵਾ ਇੱਕ ਜਿਹੜਾ ਮੈਂ ਤੁਹਾਨੂੰ ਕਰਾਇਆ ਕੰਜ਼ਰਵੇਸ਼ਨ ਰਿਜ਼ਰਵ, ਜਿਹੜਾ ਕਿ ਠੀਕ ਹੈ ਜੀ ਜਿਹੜਾ ਤੁਹਾਨੂੰ ਮੈਂ ਕੰਜ਼ਰਵੇਸ਼ਨ ਰਿਜ਼ਰਵ ਕਰਵਾਇਆ ਉਹ ਵੀ ਯਾਦ ਰੱਖ ਲੈਣਾ। ਠੀਕ ਹੈ ਜੀ, ਬਿਆਸ ਕੰਜ਼ਰਵੇਸ਼ਨ ਰਿਜ਼ਰਵ। ਇਹ 6 ਦੇ 6 ਤੁਹਾਡੇ ਆਨ ਦਾ ਟਿਪਸ ਹੋਣੇ ਚਾਹੀਦੇ ਆ, ਕਿਹੜੇ ਸ਼ਹਿਰ 'ਚ ਪੈਂਦੇ ਆ, ਕਿੱਥੇ ਪੈਂਦੇ ਆ। ਤਾਂ ਇਹ ਆਪਾਂ ਇੰਟਰਨੈਸ਼ਨਲ ਵਾਲੇ ਸਾਰੇ ਕਰ ਲਏ। ਸੈਕੰਡ ਕੈਟਾਗਰੀ ਆਪਾਂ ਪੜ੍ਹਦੇ ਆ ਨੈਸ਼ਨਲ ਇੰਪੋਰਟੈਂਸ ਕਿਹਨੂੰ ਦਿੱਤੀ ਗਈ ਆ। ਇਹਨਾਂ ਵਿੱਚ ਤੁਸੀਂ ਸਿਰਫ ਸ਼ਹਿਰ ਯਾਦ ਰੱਖਣੇ ਆ। ਠੀਕ ਹੈ ਜੀ, ਸਿਰਫ ਸ਼ਹਿਰ ਦੇ ਸ਼ਹਿਰ ਯਾਦ ਰੱਖਣੇ ਆ। ਆਪਾਂ ਪੜ੍ਹਦੇ ਆ, ਦੇਖੋ ਸਭ ਤੋਂ ਪਹਿਲਾ ਹੈਗਾ ਜੀ ਰਣਜੀਤ ਸਾਗਰ ਵੈਟਲੈਂਡ। ਠੀਕ ਹੈ ਜੀ, ਕਿਹੜਾ ਹੈਗਾ ਰਣਜੀਤ ਸਾਗਰ ਵੈਟਲੈਂਡ। ਰਣਜੀਤ ਸਾਗਰ ਜਿਹੜੀ ਵੈਟਲੈਂਡ ਹੈਗੀ ਹੈ ਇਹ ਰਾਵੀ ਦਰਿਆ ਦੇ ਨੇੜੇ ਪਠਾਨਕੋਟ ਸ਼ਹਿਰ ਦੇ ਵਿੱਚ ਆ। ਠੀਕ ਹੈ ਜੀ, ਬਸ ਇੰਨਾ ਕੁ ਯਾਦ ਰੱਖ ਲਿਓ। ਤਾਂ ਕਹਿੰਦਾ ਜੀ ਬੇਸਿਕਲੀ ਇਹ 3 ਸਟੇਟਾਂ ਨੂੰ ਕਵਰ ਕਰਦੀ ਹੈ, ਪੰਜਾਬ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ। ਅੱਗੇ ਚੱਲਦੇ ਆ ਜੀ, ਤਾਂ ਇਹਨੂੰ ਨੈਸ਼ਨਲ ਇੰਪੋਰਟੈਂਟ ਮਿਲੀ ਸੀਗੀ 2006 ਦੇ ਵਿੱਚ। ਠੀਕ ਹੈ, ਯਾਦ ਰੱਖ ਲਿਓ, ਕੁਝ ਇਹਨੂੰ ਯਾਦ ਰੱਖ ਲਿਓ, ਸਾਰੇ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਨੈਕਸਟ ਗੱਲ ਕਰਦੇ ਆ ਜੀ ਆਪਾਂ। ਠੀਕ ਹੈ ਜੀ, ਇਹ ਆਪਣੀ ਇਕਲੌਤਾ ਜਿਹੜਾ ਹੈਗਾ ਨੈਸ਼ਨਲ ਇੰਪੋਰਟੈਂਟ ਵਾਲਾ ਇੱਕ ਹੀ ਆ ਰਣਜੀਤ ਸਾਗਰ। ਅੱਗੇ ਆਪਾਂ ਕਰਦੇ ਆ ਜੀ ਸਟੇਟ ਵੈਟਲੈਂਡ ਜਿਨ੍ਹਾਂ ਨੂੰ ਪੰਜਾਬ ਗਵਰਨਮੈਂਟ ਨੇ ਠੀਕ ਹੈ ਜੀ ਡਿਕਲੇਅਰ ਕੀਤਾ, ਉਹ ਹੈਗੇ 5। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਜਸਤਰਵਾਲ ਵੈਟਲੈਂਡ। ਠੀਕ ਹੈ ਜੀ, ਬੇਸਿਕਲੀ ਇਹ ਪੈਂਦੀ ਕਿੱਥੇ ਹੈ, ਇਹ ਅੰਮ੍ਰਿਤਸਰ ਦੇ ਅਜਨਾਲਾ ਕਸਬੇ ਦੇ ਵਿੱਚ ਹਰਚਾ ਸ਼ੀਨਾ ਬਲਾਕ ਦੇ ਵਿੱਚ ਪੈਂਦੀ ਹੈ। ਬਸ ਇੰਨਾ ਕੁ ਯਾਦ ਰੱਖ ਲਿਓ, ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪੈਂਦੀ ਹੈ। ਠੀਕ ਹੈ, ਨਾਲ ਇਹ ਯਾਦ ਰੱਖ ਲਿਓ ਅਜਨਾਲਾ ਟਾਊਨ। ਅੱਗੇ ਹੈਗਾ ਜੀ ਆਪਣਾ ਕਾਨੂੰਵਾਲ ਚੰਬਾ ਵੈਟਲੈਂਡ। ਤੁਹਾਨੂੰ ਪਤਾ ਕਾਨੂੰਵਾਲ ਜਿੱਥੇ ਕਿ ਘੱਲੂਘਾਰਾ ਹੋਇਆ ਸੀ, ਆਪਾਂ ਨੂੰ ਪਤਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ ਕੇਸ਼ਵਪੁਰ ਮੈਨੀ ਵੈਟਲੈਂਡ। ਠੀਕ ਹੈ ਜੀ, ਚਲੋ ਮੈਂ ਵੈਸੇ ਪੜ੍ਹਾ ਹੀ ਦਿੱਤਾ ਤੁਹਾਨੂੰ, ਇਹ ਗੁਰਦਾਸਪੁਰ ਡਿਸਟ੍ਰਿਕਟ, ਇਹ ਤਾਂ ਹੁਣ ਦੇਖੋ ਰਾਮਸਰ ਸਾਈਡ ਵੀ ਬਣ ਗਿਆ। ਇਸ ਤੋਂ ਬਾਅਦ ਹੈਗਾ ਜੀ ਮੰਡ ਭਾਰਥਲਾ ਵੈਟਲੈਂਡ। ਬੇਸਿਕਲੀ ਇਹ ਪੈਂਦਾ ਨਵਾਂ ਸ਼ਹਿਰ, ਜਿਹਨੂੰ ਆਪਾਂ ਸ਼ਹੀਦ ਭਗਤ ਸਿੰਘ ਨਗਰ ਵੀ ਕਹਿ ਦਿੰਦੇ ਆ। ਅੱਗੇ ਆ ਗਿਆ ਜੀ ਤੁਲਬਾਹਾ ਰਿਜ਼ਰਵ। ਤੁਲਬਾਹਾ ਰਿਜ਼ਰਵ ਤੁਹਾਨੂੰ ਪਤਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਜਿੱਥੇ ਆਪਣੇ ਅਵਸ਼ੇਸ਼ ਮਿਲੇ ਸੀ ਨਾ ਸਿੰਧੂ ਘਾਟੀ ਦੇ। ਠੀਕ ਹੈ, ਜਿਵੇਂ ਉੱਚਾ ਪਿੰਡ 'ਚ ਮਿਲੇ ਸੀਗੇ ਰੋਪੜ ਦੇ ਫਤਿਹਗੜ੍ਹ ਸਾਹਿਬ ਦੇ, ਉਵੇਂ ਢੋਲਬਾਹਾ ਦੇ ਵਿੱਚ ਵੀ ਮਿਲੇ ਸੀਗੇ। ਠੀਕ ਹੈ ਜੀ, ਇਹ ਪੈਂਦਾ ਆਪਣਾ ਹੁਸ਼ਿਆਰਪੁਰ ਦੇ ਵਿੱਚ। ਤਾਂ ਆਪਾਂ ਨੈਸ਼ਨਲ ਵੀ ਕਰ ਲਏ, ਇੰਟਰਨੈਸ਼ਨਲ ਵੀ ਕਰ ਲਏ। ਠੀਕ ਹੈ ਜੀ, ਤੇ ਨਾਲ ਆਪਾਂ ਸਟੇਟ ਲੈਵਲ ਵਾਲੇ ਵੀ ਕਰ ਲਏ। ਠੀਕ ਹੈ ਜੀ, ਇਸ ਤੋਂ ਇਲਾਵਾ ਅਦਰ ਵੈਟਲੈਂਡ ਅਗਰ ਪੜ੍ਹਨੇ ਆ ਸਿਰਫ ਨਾਮ ਪੜ੍ਹ ਲਿਓ। ਇੱਕ ਹੈਗਾ ਜੀ ਅਲੀਵਾਲੀ ਕੋਟਲੀ ਵੈਟਲੈਂਡ, ਇਹ ਬੇਸਿਕਲੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈਗਾ। ਇੱਕ ਬਰੇਟਾ ਨੈਚੁਰਲ ਵੈਟਲੈਂਡ ਹੈਗੀ ਆ, ਇਹ ਮਾਨਸਾ ਦੇ ਵਿੱਚ ਪੈਂਦਾ ਬਰੇਟਾ। ਅੱਗੇ ਗੱਲ ਕਰੀਏ ਨਾਰਾਇਣਗੜ੍ਹ ਤਰੀਕਾਨਾ, ਇਹ ਬੇਸਿਕਲੀ ਪੈਂਦਾ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ। ਇੱਕ ਸੀਤਲ ਸਾਗਰ, ਠੀਕ ਹੈ ਜੀ, ਇਹ ਹੁਸ਼ਿਆਰਪੁਰ ਦੇ ਵਿੱਚ ਪੈਂਦਾ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਰਬਾਸਰ, ਇਹ ਹੈਗਾ ਜੀ ਕਪੂਰਥਲਾ ਸ਼ਹਿਰ ਦੇ ਵਿੱਚ। ਤੇ ਲੁਬਾਣਾ, ਇਹ ਆਪਣਾ ਜੀ ਲੁਬਾਣਾ ਠੀਕ ਹੈ ਜੀ ਨੈਚੁਰਲ ਵੈਟਲੈਂਡ ਹੈ, ਇਹ ਪਟਿਆਲੇ ਜ਼ਿਲ੍ਹੇ 'ਚ ਪੈਂਦੀ ਹੈ। ਤਾਂ ਬਸ ਇੰਨੇ ਬਾਕੀ ਹੋਰ ਵੀ ਲਿਸਟ ਹੈਗੀ ਹੈ, ਇਹ ਸਾਰਿਆਂ ਦੇ ਸਿਰਫ ਨਾਮ ਯਾਦ ਰੱਖ ਲਿਓ। ਲਹਿਲ ਕਲਾਂ ਬੇਸਿਕਲੀ ਇਹ ਸੰਗਰੂਰ ਦੇ ਵਿੱਚ ਹੈ। ਗੋਬਿੰਦਗੜ੍ਹ ਖੋਖਰ, ਇਹ ਆਪਣੇ ਸੰਗਰੂਰ ਦੇ ਵਿੱਚ ਹੈ। ਬਸ ਨਾਮ ਯਾਦ ਰੱਖਣੇ ਕਿਹੜੇ ਜ਼ਿਲ੍ਹੇ 'ਚ ਪੈਂਦੀ ਹੈ, ਕਿਉਂਕਿ ਪੁੱਛਣ ਨੂੰ ਕੁਝ ਵੀ ਪੁੱਛ ਸਕਦਾ। ਹੁਸੈਨੀਆਂ ਵਾਲਾ ਵੈਟਲੈਂਡ ਰਿਜ਼ਰਵ ਜਿਹੜਾ ਹੈਗਾ ਉਹ ਫਿਰੋਜ਼ਪੁਰ ਦੇ ਵਿੱਚ ਹੈ। ਠੀਕ ਹੈ ਜੀ, ਮੈਲੀ ਡੈਮ ਹੈਗਾ, ਇਹ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੈਗਾ। ਇਸ ਤੋਂ ਇਲਾਵਾ ਮੈਨਗਰੋਲ ਡੈਮ ਹੈਗਾ, ਬੇਸਿਕਲੀ ਇਹ ਹੁਸ਼ਿਆਰਪੁਰ ਦੇ ਵਿੱਚ ਹੈ। ਸਿਰਫ ਨਾਮ ਯਾਦ ਰੱਖਣੇ ਆ, ਜਿਹੜੇ ਅਦਰ ਵਾਲੇ ਆ ਉਹਨਾਂ ਦੇ ਸਿਰਫ ਨਾਮ ਯਾਦ ਰੱਖਣੇ ਆ ਰਾਜੀ। ਬੇਸਿਕਲੀ ਸਭ ਤੋਂ ਵੱਧ ਤੁਹਾਨੂੰ 6 ਦੇ 6 ਯਾਦ ਹੋਣੇ ਚਾਹੀਦੇ ਆ, ਜਿਹੜੀਆਂ ਰਾਮਸਰ ਸਾਈਟਸ। ਤੇ ਇੱਕ ਜਿਹੜੀ ਹੈਗੀ ਹੈ ਨੈਸ਼ਨਲ, ਠੀਕ ਹੈ ਜੀ ਰਣਜੀਤ ਸਾਗਰ। ਤੇ ਇਸ ਤੋਂ ਇਲਾਵਾ ਜਿਹੜੇ 5 ਆਪਣੇ ਸਟੇਟ ਗਵਰਨਮੈਂਟ ਵਾਲੇ ਯਾਦ ਰੱਖ ਲਓ। ਬਸ ਇੰਨਾ ਹੀ ਬਹੁਤ ਹੈ, ਜੇ ਕਰ ਲਓ। ਬਾਕੀ ਧਿਆਨ 'ਚ ਰੱਖਣੇ ਸਾਰੀ ਜ਼ਰੂਰੀ ਹੈ। ਸ਼ੁਕਰੀਆ ਜੀ, ਆਈ ਹੋਪ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ। ਜਿਹੜੇ ਬੱਚੇ ਨਵੇਂ ਨੇ ਉਹ ਪੋਜ਼ਿਟਿਵ ਵਾਈ ਪੰਜਾਬ ਨਾਮ ਦੀ ਐਪ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਐਂਡਰੋਇਡ ਯੂਜ਼ਰ,
ਤੇ ਐਪਲ ਵਾਲੇ ਯੂਜ਼ਰ ਕਲਾਸ ਪਲੱਸ ਨਾਂ ਦੀ ਐਪਲੀਕੇਸ਼ਨ ਡਾਊਨਲੋਡ ਕਰਕੇ ਆਹ ਕੋਡ ਭਰ ਕੇ ਚਲਾ ਸਕਦੇ ਆ। ਇਸ ਤੋਂ ਇਲਾਵਾ ਜੇ ਤੁਸੀਂ ਆਪਣੇ ਲੈਪਟਾਪ ਤੇ ਚਲਾਉਣੀ ਆ ਐਪ, ਉੱਥੇ ਵੀ ਚੱਲਦੀ ਆ, ਉੱਥੇ ਵੀਡੀਓ ਵੀ ਚੱਲਣਗੀਆਂ, ਪੀਡੀਐਫ ਵੀ ਖੁੱਲਣਗੀਆਂ। ਠੀਕ ਹੈ ਜੀ। ਇਸ ਤੋਂ ਇਲਾਵਾ ਆਪਣੇ 2 ਕੰਬੋ ਕੋਰਸ ਚੱਲ ਰਹੇ ਆ। ਇੱਕ ਤਾਂ ਪੀਟਰ ਪਲੱਸ ਬੋਰਡ ਦਾ ਕੋਈ ਵੀ ਕਿਸੇ ਲੈਵਲ ਦਾ ਪੇਪਰ ਦੇਣਾ ਤੁਸੀਂ, ਇਹ ਲੈਸ ਕਰਕੇ ਤੁਹਾਨੂੰ 1100 ਰੁਪਏ ਦੇ ਵਿੱਚ ਮਿਲਦਾ ਕੋਰਸ, ਜਿਹਦੇ ਵਿੱਚ ਕੰਪਲੀਟ ਪੰਜਾਬ ਜੀਕੇ ਦੀ ਥਿਊਰੀ, ਐਮਸੀਕਿਊ ਟੈਸਟ ਵਗੈਰਾ, ਕੰਪਲੀਟ ਪੰਜਾਬੀ ਗ੍ਰਾਮਰ ਦੇ ਜਿੰਨੇ ਅਖਾਣ, ਮੁਹਾਵਰੇ, ਥਿਊਰੀ, ਲਟਰਮ ਪਟਰਮ ਤੇ ਕੰਪਿਊਟਰ ਦਾ ਸਾਰਾ ਸਿਸਟਮ ਮਿਲੂਗਾ। ਠੀਕ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵਾਸਤੇ ਵੀ ਇੱਕ ਕੋਰਸ ਚੱਲ ਰਿਹਾ। ਠੀਕ ਹੈ, ਜਿਹਦੇ ਵਿੱਚ ਕੰਪਿਊਟਰ ਮਾਸਟਰ ਬੈਚ ਆਪਾਂ ਇਨਕਲੂਡ ਕੀਤਾ ਹੋਇਆ। ਜੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਲੈਣੀ ਹੋਊਗੀ ਰਾਜੇ, ਤੁਸੀਂ ਮੈਨੂੰ ਇਸ ਨੰਬਰ ਤੇ ਜਦੋਂ ਮਰਜ਼ੀ 10 ਤੋਂ 5 ਫੋਨ ਕਰ ਸਕਦੇ ਹੋ, WhatsApp ਜਦੋਂ ਮਰਜ਼ੀ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਲੈਕਚਰ ਸਮਝ ਆਇਆ ਹੋਊਗਾ। ਜੇ ਕੋਈ ਵੀ ਕੋਈ ਕਮੀ ਹੋਈ ਲੈਕਚਰ ਦੇ ਵਿੱਚ ਜਾਂ ਕੋਈ ਚੀਜ਼ ਸਮਝ ਨਾ ਆਈ, ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ। ਸ਼ੁਕਰੀਆ ਜੀ, ਧੰਨਵਾਦ। ਪੜ੍ਹਦੇ ਰਹੋ, ਮਹਾਰਾਜ ਤੁਹਾਡੇ ਸਾਰਿਆਂ ਦੀ ਕੀਤੀ ਹੋਈ ਮਿਹਨਤ ਪੱਲੇ ਪਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।